ਜਸ ਟੀਵੀ ਦੇਖ ਰਹੇ ਤੁਸੀਂ, मैं KP ਸਿੰਘ। ਅੱਜ ਦਾ ਮੁੱਦਾ ਤੁਹਾਡਾ ਸਭ ਦਾ ਸਵਾਗਤ ਕਰਦਾ। ਕਿਸਾਨ ਸੰਘਰਸ਼ ਜੋ ਦਿੱਲੀ ਵਿੱਚ ਹੋਇਆ ਸੀਗਾ, ਅਸੀਂ ਸਾਰੀ ਉਹਦੀ ਰਿਪੋਰਟਿੰਗ ਕੀਤੀ ਹੈ। ਉਦੋਂ ਜਿੰਨੀਆਂ ਕਿਸਾਨ ਜਥੇਬੰਦੀਆਂ ਵਿੱਚ ਜੋਸ਼ ਸੀਗਾ, ਜਿੰਨਾ ਆਮ ਲੋਕਾਂ ਵਿੱਚ ਜੋਸ਼ ਸੀਗਾ, ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤਾ, ਕੀ ਅੱਜ ਉਹ ਹੈਗਾ? ਇਹ ਸਵਾਲ ਇਸ ਕਰਕੇ ਪੁੱਛਿਆ ਜਾ ਰਿਹਾ ਕਿਉਂਕਿ ਕਿਸਾਨ ਹੁਣ ਕਹਿੰਦੇ ਆ ਕਿ ਅਸੀਂ ਅੰਦੋਲਨ ਅਗਲਾ ਛੇੜ ਰਹੇ ਹਾਂ ਤੇ ਅਗਲਾ ਅੰਦੋਲਨ ਛੇੜਨ ਦਾ ਆਗਾਜ਼ ਕਰ ਦਿੱਤਾ ਗਿਆ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਮੈਮੋਰੈਂਡਮ ਦਿੱਤੇ ਜਾ ਰਹੇ, ਮੰਗ ਪੱਤਰ ਦਿੱਤੇ ਜਾ ਰਹੇ ਤੇ ਮੰਗ ਪੱਤਰ ਵਿੱਚ ਮੰਗਾਂ ਕੀ ਹੈਗੀਆਂ ਤੇ ਇਸ ਅੰਦੋਲਨ ਦਾ ਜ਼ਿਕਰ ਕਿਉਂ ਹੋ ਰਿਹਾ ਤੇ ਇਹਦੀ ਲੋੜ ਕਿਉਂ ਪਈ ਹੈ, ਸਾਰੇ ਸਵਾਲ ਹੋਣ ਕੇ ਇੱਕੋ ਵੱਡਾ ਸਵਾਲ ਹੋਵੇਗਾ ਕਿ ਕਿਸਾਨਾਂ ਨੂੰ ਇਹ ਦੂਜਾ ਅੰਦੋਲਨ ਕੀ ਦੇਵੇਗਾ। ਕਿਸਾਨਾਂ ਨੇ ਕਿਹਾ ਸੀਗਾ ਅਸੀਂ ਸੰਘਰਸ਼ ਮੁਲਤਵੀ ਕਰ ਰਹੇ ਹਾਂ, ਬੰਦ ਨਹੀਂ ਕਰ ਰਹੇ, ਮੁਕਾ ਨਹੀਂ ਰਹੇ ਤੇ ਹੁਣ ਮੁਲਤਵੀ ਅੰਦੋਲਨ ਤੋਂ ਬਾਅਦ ਪੁਆਇੰਟਰ ਕੀ ਹੈ ਸਾਡੇ ਸਾਹਮਣੇ, ਮੁੱਦਾ ਕਿਉਂ ਛਿੜਿਆ ਹੈ ਤੁਹਾਨੂੰ ਦੱਸ ਦਈਏ ਫਟਾਫਟ। ਅੱਜ ਦਾ ਮੁੱਦਾ ਕਿਸਾਨ ਅੰਦੋਲਨ ਤੇ ਕੇਂਦਰ 26 ਨਵੰਬਰ 2022 ਤੋਂ ਕਿਸਾਨਾਂ ਦੇ ਦੂਜੇ ਅੰਦੋਲਨ ਦਾ ਆਗਾਜ਼ ਹੋ ਗਿਆ, ਯਾਨੀ ਕਿ ਅੱਜ ਦਿੱਲੀ ਮੋਰਚਾ ਫਤਿਹ ਹੋਣ ਤੋਂ ਬਾਅਦ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਤੇ ਜਦੋਂ ਮੋਰਚਾ ਫਤਿਹ ਕੀਤਾ ਸੀ ਉਦੋਂ ਕਿਹਾ ਸੀਗਾ ਅਸੀਂ ਅੰਦੋਲਨ ਮੁਲਤਵੀ ਕਰਕੇ ਚੱਲੇ ਹਾਂ, ਕਿਤੇ ਭੁਲੇਖੇ 'ਚ ਨਾ ਰਹਿ ਜਿਓ। ਤੇ ਸਰਕਾਰ ਕਹਿੰਦੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ, ਪਰ ਕਿਸਾਨ ਕਹਿੰਦੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਸਾਰੇ ਸੂਬਿਆਂ 'ਚ ਰਾਜਪਾਲ ਨੂੰ ਦਿੱਤੇ ਜਾ ਰਹੇ ਨੇ ਮੰਗ ਪੱਤਰ, MSP ਸਣੇ ਬਾਕੀ ਮੰਗਾਂ ਲਈ ਇਹ ਅੰਦੋਲਨ ਦੂਜਾ ਛੇੜਿਆ ਗਿਆ ਤੇ ਇਸ ਦੇ ਵਿੱਚ ਮੰਗਾਂ ਹੋਰ ਜੋੜ ਦਿੱਤੀਆਂ ਗਈਆਂ। ਕਿਹੜੀਆਂ ਮੰਗਾਂ ਹੋਰ ਜੋੜੀਆਂ ਗਈਆਂ ਵੀ ਤੁਹਾਨੂੰ ਨਾਲ ਦੱਸ ਰਹੇ ਹਾਂ। ਅਸੀਂ ਦੇਸ਼ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਵੀ ਵੱਡੀ ਮੰਗ ਵਿੱਚ ਸ਼ਾਮਲ ਕਰ ਲਿਆ ਗਿਆ। ਹਾਲਾਂਕਿ ਅਸੀਂ ਲਗਾਤਾਰ ਸਵਾਲ ਕਰਦੇ ਸੀਗੇ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਵਾਲੀ ਮੰਗ ਆ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ, ਉਦੋਂ ਕਹਿੰਦੇ ਸੀ ਨਹੀਂ, ਪਰ ਹੁਣ ਇਹ ਮੰਗ ਸ਼ਾਮਲ ਕਰ ਦਿੱਤੀ ਗਈ। 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਲਈ ਪੈਨਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਜਿਹੜਾ ਖਰਾਬਾ ਹੋਇਆ, ਜਿਹੜਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਉਹਦਾ ਵੀ ਮੁਆਵਜ਼ਾ, ਉਹਦੀ ਵੀ ਮਾਲੀ ਇਮਦਾਦ ਆ ਜਿਹੜਾ ਉਹਦੇ ਲਈ ਵੀ ਕੋਈ ਨੀਤੀ ਹੈ ਜਿਹੜਾ ਉਹਦੀ ਮੰਗ ਕੀਤੀ ਜਾ ਰਹੀ ਹੈ। ਦਿੱਲੀ ਮੋਰਚੇ ਦੀਆਂ ਅਧੂਰੀਆਂ ਮੰਗਾਂ ਮਨਵਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ। ਜਿਹੜੀਆਂ ਉੱਥੇ ਅਧੂਰੀਆਂ ਮੰਗਾਂ ਸੀਗੀਆਂ ਉਹਨੂੰ ਮਨਵਾਉਣ ਲਈ ਕਿਹਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਦੀਆਂ 33 ਜਥੇਬੰਦੀਆਂ ਨੇ ਐਲਾਨ ਕੀਤਾ MSP ਸਣੇ ਕਈ ਮੰਗਾਂ ਹੈਗੀਆਂ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ। ਤੇ ਇਸੇ ਸਾਰੇ ਮੁੱਦੇ 'ਤੇ ਗੱਲਬਾਤ ਕਰਨ ਲਈ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਤੁਸੀਂ ਅਕਸਰ ਪੜ੍ਹਦੇ ਹੋ, ਜਿਨ੍ਹਾਂ ਤੁਸੀਂ ਅਕਸਰ ਦੇਖਦੇ ਹੋ ਤੇ ਉਹ ਕਿਸਾਨ ਮੋਰਚੇ 'ਤੇ ਪਹਿਲਾਂ ਵੀ ਲਗਾਤਾਰ ਟਿੱਪਣੀਆਂ ਕਰਦੇ ਰਹਿੰਦੇ ਸੀ ਤੇ ਉਹਨਾਂ ਦੀਆਂ ਟਿੱਪਣੀਆਂ ਤੋਂ ਬਾਅਦ ਕਿਸਾਨਾਂ ਨੇ ਬਹੁਤ ਸੇਧਾਂ ਵੀ ਲਈਆਂ। ਡਾਕਟਰ ਗਿਆਨ ਸਿੰਘ ਜਿਨ੍ਹਾਂ ਨੇ 19 ਕਿਤਾਬਾਂ ਲਿਖੀਆਂ, 3.5 ਦਹਾਕੇ ਉਹਨਾਂ ਦਾ ਪੜ੍ਹਾਉਣ ਦਾ ਤਜਰਬਾ ਤੇ ਉਹਨਾਂ ਨੇ ਉਹ ਪੜ੍ਹਾਈ ਆਪਣੇ ਸਟੂਡੈਂਟਸ ਨੂੰ, ਆਪਣੇ ਵਿਦਿਆਰਥੀਆਂ ਨੂੰ ਕਰਾਈ ਹੈ ਜਿੰਦੇ ਵਿੱਚ ਪੇਂਡੂ ਭਾਰਤ ਦੀ ਗੱਲ ਹੁੰਦੀ ਹੈ, ਜਿੰਦੇ ਵਿੱਚ ਜਿਹੜਾ ਪਿਛੜਿਆ ਵਰਗ ਆ ਉਹਦੀ ਗੱਲ ਹੁੰਦੀ ਹੈ, ਜਿੰਦੇ ਵਿੱਚ ਕਿਰਤੀਆਂ ਕਾਮਿਆਂ ਦੀ ਗੱਲ ਹੁੰਦੀ ਹੈ। ਡਾਕਟਰ ਗਿਆਨ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ KP ਸਿੰਘ ਜੀ। ਡਾਕਟਰ ਗਿਆਨ ਸਿੰਘ, ਇਹ ਮੈਂ ਸਿੱਧਾ ਸਵਾਲ ਇੱਥੇ ਆਊਂਗਾ ਸਰ, ਅੰਨਦਾਤਾ ਨੂੰ ਇਹ ਦੂਜਾ ਅੰਦੋਲਨ ਦਊਗਾ ਕੀ ਸਰ? ਦੇਖੋ, ਜਿਹੜਾ ਅੱਜ ਅੰਦੋਲਨ ਸ਼ੁਰੂ ਹੋਇਆ ਇਹ 25 ਸੂਬਿਆਂ ਦੇ ਰਾਜਪਾਲਾਂ ਨੂੰ ਉਹ ਆਪਦਾ ਮੰਗ ਪੱਤਰ ਦੇਣ ਜਾ ਰਹੇ ਨੇ ਤੇ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਦੇ ਸੰਘਰਸ਼ ਕਿਸ ਤਰ੍ਹਾਂ ਕਰਦੇ ਨੇ ਉਹ ਤੇ ਇਹ ਨਿਰਭਰ ਕਰੂਗਾ ਕਿ ਕਿਸਾਨਾਂ ਨੂੰ ਇਹ ਸੰਘਰਸ਼ ਕੀ ਦੇਊਗਾ, ਕਿਉਂਕਿ ਮੰਗਾਂ 4 ਤਾਂ ਪਹਿਲਾਂ ਹੀ ਪੈਂਡਿੰਗ ਨੇ, 3 ਮੰਗਾਂ ਨਵੀਆਂ ਜੁੜ ਗਈਆਂ ਨੇ ਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ, 4 ਮੰਗਾਂ ਦਾ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਮੰਨਿਆ ਜਾਊਗਾ। ਇਹ MSP ਦੀ ਕਾਨੂੰਨੀ ਗਰੰਟੀ ਤੇ ਲਖੀਮਪੁਰ ਖੇੜੀ ਵਾਲੇ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਤੇ ਬਿਜਲੀ ਬਿੱਲ ਦਾ ਜਿਹੜਾ ਹੈਗਾ ਸੀ ਤੇ ਇਹਦੇ ਨਾਲ ਜਿਹੜੀਆਂ ਨਵੀਆਂ 3 ਮੰਗਾਂ ਜੁੜਦੀਆਂ ਨੇ ਉਹ ਨੇ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ 60 ਸਾਲ ਤੋਂ ਉੱਪਰ ਦੇ ਕਿਸਾਨਾਂ ਲਈ ਪੈਨਸ਼ਨ ਅਤੇ ਸਾਰੇ ਭਾਰਤ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਅਤੇ ਜਦੋਂ ਫਸਲਾਂ ਦੀ ਕੁਦਰਤੀ ਆਫਤਾਂ ਕਰਕੇ ਖਰਾਬੀ ਹੁੰਦੀ ਹੈ ਤਾਂ ਉਦੋਂ ਮੁਆਵਜ਼ਾ ਦੇਣਾ। ਹੁਣ ਇਹ ਮੰਗਾਂ ਨੇ, ਇਹਨਾਂ ਮੰਗਾਂ ਦੇ ਸੰਬੰਧ 'ਚ ਅਸੀਂ ਇਕੱਲੀ ਬਾਰੇ ਜਿਹੜਾ ਹੈਗਾ ਵਿਚਾਰ ਚਰਚਾ ਕਰ ਸਕਦੇ। ਮੈਨੂੰ ਇੱਕ ਚੀਜ਼ ਸਮਝਾਓ ਡਾਕਟਰ ਗਿਆਨ ਸਿੰਘ, ਮੈਂ ਉੱਥੇ ਲਗਾਤਾਰ ਸਵਾਲ ਕਰਦਾ ਰਿਹਾ, ਖੁਦ ਮੈਂ ਵੀ ਸਵਾਲ ਕੀਤੇ ਕਿਸਾਨ ਜਥੇਬੰਦੀਆਂ ਨੂੰ ਕਿ ਕਰਜ਼ੇ ਵਾਲੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ। ਉਹ ਕਹਿੰਦੇ ਵੀ ਸਾਡੇ ਅੰਦੋਲਨ ਦੀ ਲਾਈਨ ਹੈ ਜਿਹੜੀ ਲੀਹ ਹੈ ਜਿਹੜੀ ਉਹ ਭਟਕ ਜੂਗੀ ਜੇ ਅਸੀਂ ਅੱਜ ਕਰਜ਼ੇ ਦੀ ਗੱਲ ਕਹਿੰਦੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਜਿਹੜੀ ਉਹ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾ ਰਹੀ ਸੀਗੀ ਉਸ ਤੋਂ ਭਟਕਣ ਨੂੰ, ਉਸ ਤੋਂ ਪਾਸੇ ਹੋਣ ਨੂੰ ਤਿਆਰ ਨਹੀਂ ਸੀਗੇ। ਪਰ ਜਦੋਂ ਅੰਦੋਲਨ ਇਹ ਖਤਮ ਹੁੰਦਾ ਤੇ ਉਸ ਦੇ ਵਿਚਾਲੇ ਜਿਹੜਾ ਇਹ ਸਭ ਕੁਝ ਵਰਤਾਰਾ ਹੁੰਦਾ ਉਸ ਵਰਤਾਰੇ ਦੇ ਵਿਚਾਲੇ ਇਹ ਮੰਗਾਂ ਤੁਹਾਨੂੰ ਲੱਗਦਾ ਕਿ ਇਹ ਮੰਨੀਆਂ ਜਾ ਸਕਦੀਆਂ? ਡਾਕਟਰ ਗਿਆਨ ਸਿੰਘ, ਮੇਰਾ ਪਹਿਲਾ ਸਵਾਲ ਆਹੀ ਹੈ ਜੀ, ਕਿਸਾਨਾਂ ਦਾ ਕਰਜ਼ਾ ਸਰ। ਦੇਖੋ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੰਗਾਂ ਮੰਨਣ ਬਾਰੇ ਗੱਲ, ਇਹ ਤਾਂ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਨਿਰਭਰ ਕਰਦਾ ਹੈ, ਕਿਉਂਕਿ 1950-51 ਚ 81% ਸਾਡੀ ਆਬਾਦੀ ਖੇਤੀਬਾੜੀ ਤੇ ਨਿਰਭਰ ਸੀ। ਉਹਨੂੰ ਰਾਸ਼ਟਰੀ ਆਮਦਨ ਚੋਂ 55% ਦਿੱਤਾ ਜਾ ਰਿਹਾ ਸੀ। ਭਾਵੇਂ ਅੱਜ ਜਿਹੜੀ ਖੇਤੀ ਦੀ ਨਿਰਭਰਤਾ ਹੈ ਉਹ ਘਟ ਕੇ 50% ਦੇ ਕਰੀਬ ਆ ਗਈ ਹੈ, ਪਰ ਰਾਸ਼ਟਰੀ ਆਮਦਨ ਚੋਂ ਤਾਂ ਉਹਨੂੰ 16% ਦੇ ਕਰੀਬ ਦਿੱਤਾ ਜਾ ਰਿਹਾ ਹੈ। ਜੇ ਰਾਸ਼ਟਰੀ ਆਮਦਨ ਚੋਂ ਹਿੱਸਾ
ਇਹ ਖੇਤੀ ਦੇ ਨਿਰਭਰ ਵਰਗਾਂ ਦਾ ਵਧਾਇਆ ਜਾਊਗਾ ਤਾਂ ਉਹਦੀਆਂ ਮੰਗਾਂ ਆਸਾਨੀ ਨਾਲ ਮੰਗੀਆਂ ਜਾ ਸਕਦੀਆਂ ਨੇ। ਤੇ ਇਹ ਡਿਪੈਂਡ ਕਰੂਗਾ ਕਿ ਅਸੀਂ ਕਾਰਪੋਰੇਟ ਇਕਨੋਮਿਕ ਮਾਡਲ ਅਪਣਾਉਣਾ ਹੈ ਜਾਂ ਪ੍ਰੋ ਪੀਪਲ ਪ੍ਰੋ ਨੇਚਰ ਮਾਡਲ ਅਪਣਾਉਣਾ ਹੈ। ਇਹ ਉਸ ਗੱਲ ਤੇ ਸਾਰਾ ਨਹੀਂ ਡਾਕਟਰ ਗਿਆਨ ਸਿੰਘ, ਜਿਹੜਾ ਤੁਸੀਂ ਕਹਿ ਰਹੇ ਹੋ ਕਾਰਪੋਰੇਟ ਮਾਡਲ ਤੇ ਜਿਹੜਾ ਪ੍ਰੋ ਪੀਪਲ ਮਾਡਲ, ਮੇਰਾ ਸਵਾਲ ਹੈ ਸਰ, ਜੇ ਕਰਜ਼ੇ ਤੇ ਲੀਕ ਵੱਜਦੀ ਹੈ ਫਿਰ ਤਾਂ ਕਾਰਪੋਰੇਟ ਕਲਚਰ ਦੇ ਲਈ ਜਿਹੜਾ ਕੁਝ ਸਰਕਾਰਾਂ ਨੇ ਕੀਤਾ, ਕਿਸਾਨ ਉਹੀ ਤਾਂ ਕਹਿੰਦੇ ਆ ਨਾ ਵੀ ਜੇ ਉਹਨਾਂ ਦਾ ਤੁਸੀਂ ਕਰਜ਼ਾ ਤੁਸੀਂ ਮਾਫ ਕਰ ਸਕਦੇ ਹੋ, ਵੇਵ ਕਰ ਸਕਦੇ ਹੋ, ਸਾਡਾ ਕਿਉਂ ਨਹੀਂ? ਪਰ ਕਿਸਾਨ ਕਰਜ਼ਾ ਮਾਫ ਕਰਵਾ ਕੇ ਵੀ ਲੀਹ ਤੇ ਆ ਜਾਊਗਾ ਸਰ ਡਾਕਟਰ ਗਿਆਨ ਸਿੰਘ? ਨਹੀਂ, ਦੇਖੋ ਜਿਹੜੀ ਗੱਲ ਹੈ ਨਾ, ਇਹ ਗੱਲ ਜਿਹੜਾ ਤੁਹਾਡਾ ਸਵਾਲ ਹੈ ਬਹੁਤ ਮੀਨਿੰਗਫੁਲ ਹੈ ਕਿ ਇੱਕ ਵਾਰੀ ਕਰਜ਼ਾ ਮਾਫੀ ਨਾਲ ਨਹੀਂ ਗੱਲ ਬਣਨੀ, ਸਗੋਂ ਕਿਸਾਨਾਂ ਖੇਤ ਮਜ਼ਦੂਰਾਂ ਦੇ ਪਿੰਡੂ ਛੋਟੇ ਕਾਰੀਗਰਾਂ ਦੀ ਆਮਦਨ ਨੂੰ ਉਸ ਪੱਧਰ ਤੱਕ ਵਧਾਉਣਾ ਪਊਗਾ ਜਿੱਥੇ ਉਹ ਆਪਣੀ ਜ਼ਿੰਦਗੀ ਦਾ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਕਰ ਸਕਣ। ਇਸ ਦਾ ਭਾਵ ਇਹ ਹੈ ਕਿ ਉਹਨਾਂ ਦੀ ਆਮਦਨ ਉਸ ਲੈਵਲ ਤੱਕ ਆ ਜਾਵੇ ਕਿ ਮੁੜ ਕੇ ਉਹਨਾਂ ਨੂੰ ਉਧਾਰ ਤਾਂ ਲੈਣਾ ਪਵੇ, ਪਰ ਉਧਾਰ ਕਰਜ਼ੇ 'ਚ ਨਾ ਬਦਲੇ, ਤਾਂ ਕਿ ਟਾਈਮ ਆਉਣ ਤੇ ਉਹ ਆਪਦਾ ਉਧਾਰ ਮੋੜ ਸਕਣ। ਇਹ ਮੈਨੂੰ ਇੱਕ ਪੋਲੀਟੀਕਲ ਲਾਈਨ ਲੱਗਦੀ ਹੈ ਡਾਕਟਰ ਗਿਆਨ ਸਿੰਘ, ਪਤਾ ਨਹੀਂ ਕਿਉਂ, ਕਿਉਂਕਿ ਰਾਹੁਲ ਗਾਂਧੀ ਜਿਹੜੀ ਭਾਰਤ ਜੋੜੋ ਯਾਤਰਾ ਚੱਲਦੀ ਵੀ ਉਹਦੇ ਵਿੱਚ ਵੀ ਇੱਕ ਸ਼ਖਸ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਕਰਜ਼ਾ ਮੁਕਤੀ ਵਾਲੀ ਲਾਈਨ ਅਪਣਾ ਲਓ ਤੇ ਹੋ ਸਕਦਾ ਤੁਸੀਂ ਸੱਤਾ ਵਿੱਚ ਵਾਪਸੀ ਕਰ ਜਾਓ। ਹੋ ਸਕਦਾ ਉਹਦੀ ਅਗਲੀ ਲਾਈਨ ਮੈਂ ਨਾ ਸੁਣੀ ਹੋਵੇ, ਪਰ ਪਹਿਲੀ ਲਾਈਨ ਮੈਨੂੰ ਪਤਾ ਹੈ ਕਿ ਕਰਜ਼ ਮੁਕਤੀ ਵਾਲੀ ਲਾਈਨ ਅਪਣਾ ਲਓ ਤੇ ਤੁਸੀਂ ਸੱਤਾ ਵਿੱਚ ਵਾਪਸ ਆ ਸਕਦੇ ਹੋ। ਡਾਕਟਰ ਗਿਆਨ ਸਿੰਘ, ਇਹ ਸੱਤਾ ਵਾਪਸੀ ਵਾਲੀ ਲਾਈਨ ਹੈ, ਕਿਸਾਨ ਨੂੰ ਲੀਹ ਤੇ ਲਿਆਉਣ ਵਾਲੀ ਲਾਈਨ ਹੈ ਕਿ ਨਹੀਂ ਹੈ ਸਰ? ਨਹੀਂ, ਦੇਖੋ ਜਿਹੜੀ ਗੱਲ ਹੈ, ਇਹ ਆਪਾਂ ਕਿਸੇ ਰਾਜਸੀ ਪਾਰਟੀ ਦੇ ਪ੍ਰੋਗਰਾਮ ਤੇ ਆਪਾਂ ਵਿਚਾਰ ਚਰਚਾ ਨਹੀਂ ਕਰ ਰਹੇ, ਆਪਾਂ ਕਿਸਾਨਾਂ ਦੇ ਮੁੱਦਿਆਂ ਦੀ ਚਰਚਾ ਕਰ ਰਹੇ ਹਾਂ। ਤੇ ਉਹ ਪਾਰਟੀ ਦਾ ਆਪਦਾ ਏਜੰਡਾ ਹੋ ਸਕਦਾ, ਆਪਦਾ ਪ੍ਰੋਗਰਾਮ ਹੋ ਸਕਦਾ, ਆਪਦੀਆਂ ਪਾਲਿਸੀ ਹੋ ਸਕਦੀ, ਆਪਦੀ ਸਟਰਗਲ ਹੋ ਸਕਦੀ ਹੈ, ਪਰ ਜਿਹੜੀ ਅੱਜ ਗੱਲ ਹੈ ਕਿਸਾਨਾਂ ਦੀ, ਇਹ ਮੰਗ ਤੇ ਬੜੀ ਵਾਜਬ ਦਿਖਦੀ ਹੈ ਕਿ ਜਿਹੜੇ ਹਾਲਾਤਾਂ 'ਚ ਉਹ ਕੰਮ ਕਰਦੇ ਨੇ, ਜਿੰਨੀ ਸਾਨੂੰ ਕੋਵਿਡ-19 ਨੇ ਇਹ ਖੇਤੀਬਾੜੀ ਖੇਤਰ ਦੀ ਮਹੱਤਤਾ ਸਾਨੂੰ ਸਾਹਮਣੇ ਲਿਆਤੀ ਹੈ ਕਿ ਸਾਡਾ ਕਾਰਾਂ, ਜਹਾਜ਼ਾਂ, ਕੋਠੀਆਂ, ਫੋਨਾਂ, ਇਹੋ ਜਿਹੀਆਂ ਚੀਜ਼ਾਂ ਦੇ ਬਲਾਸਟ ਚੀਜ਼ਾਂ ਜਿਹੜੀਆਂ ਹੋਰ ਨੇ ਉਹਦੇ ਬਿਨਾਂ ਸਰਜੂ, ਸਾਡਾ ਰੋਟੀ ਬਿਨਾਂ ਨਹੀਂ ਸਰਨਾ। ਜਿੱਥੇ ਹੁਣ ਰੂਸ ਯੂਕਰੇਨ ਦੀ ਲੜਾਈ ਨੇ ਇਹ ਸਿੱਧ ਕਰਤਾ ਕਿ ਜਦੋਂ ਫੂਡ ਸਪਲਾਈ ਰੁਕਦੀ ਹੈ ਤਾਂ ਸਾਰੀ ਦੁਨੀਆ ਦੀ ਅਰਥਚਾਰਾ ਚਰਮਰਾ ਜਾਂਦਾ ਹੈਗਾ। ਇਸ ਲਈ ਜਿਹੜੀ ਇਹ ਗੱਲ ਹੈਗੀ ਕਿ ਇਹਨਾਂ ਨੂੰ ਕਰਜ਼ਾ ਜਿਹੜਾ ਹੈਗਾ ਉਹ ਇਹਨਾਂ ਦਾ ਕਰਜ਼ਾ ਨਾ ਬਣੇ, ਉਧਾਰ ਰਹੇ ਤੇ ਉਹਨੂੰ ਪੂਰਾ ਕਰਨ 'ਚ ਮੈਨੂੰ ਕੋਈ। ਡਾਕਟਰ ਗਿਆਨ ਸਿੰਘ ਮਾਫ ਕਰਨਾ, ਮੈਂ ਇਸ ਕਰਕੇ ਇਸ ਜ਼ਿਕਰ ਕਰ ਰਿਹਾ ਸੀ ਡਾਕਟਰ ਗਿਆਨ ਸਿੰਘ, ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਜ਼ਿਕਰ ਕੀਤਾ ਰਾਜਸਥਾਨ ਵਿੱਚ, ਤੁਹਾਨੂੰ ਯਾਦ ਹੋਊਗਾ ਪੰਜਾਬ ਵਿੱਚ ਕਰਜ਼ੇ ਵਾਲੀ ਮਾਮਲੇ ਤੇ। ਮੈਂ ਤਾਂ ਸਵਾਲ ਕਰ ਰਿਹਾ ਸੀਗਾ ਮੌਜੂਦਾ ਸਰਕਾਰ ਕੀ ਕਰਜ਼ੇ ਵਾਲੇ ਮਾਮਲੇ ਤੇ ਉਨੀ ਸੰਜੀਦਾ ਹੈ ਸਰ ਜਾਂ ਨਹੀਂ? ਇਹ ਤੁਸੀਂ ਇਹ ਦੇਖੋ 1991 ਤੋਂ ਬਾਅਦ ਜਦੋਂ ਨਵੀਆਂ ਆਰਥਿਕ ਨੀਤੀਆਂ ਬਣਾਈਆਂ ਗਈਆਂ ਨੇ, ਜਿੰਨੀਆਂ ਵੀ ਸਰਕਾਰਾਂ ਅੱਜ ਤੱਕ ਆਈਆਂ ਨੇ, ਇਹ ਸਾਰੀਆਂ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਮੰਗਾਂ ਬਾਰੇ ਜਾਂ ਮੰਗਾਂ ਦੇ ਮੰਨਣ ਬਾਰੇ ਗੱਲ ਕੀਤੀ ਹੈ, ਪਰ ਅਸਲੀਅਤ ਵਿੱਚ ਉਹ ਕਾਰਪੋਰੇਟ ਮਾਡਲ ਨੂੰ ਹੋਰ ਤੇਜ਼ੀ ਨਾਲ ਅਮਲ ਵਿੱਚ ਉਹਨਾਂ ਨੇ ਲਿਆਂਦਾ ਤੇ ਇਹਨਾਂ ਮੰਗਾਂ ਦੇ ਮੰਨਣ ਤੋਂ ਬਹੁਤ ਦੂਰ ਜਾ ਰਹੀਆਂ ਨੇ। ਪਰ ਇਹਨਾਂ ਮੰਗਾਂ ਦੇ ਮੰਨਣ ਨਾਲ ਸਿਰਫ ਖੇਤੀਬਾੜੀ ਤੇ ਨਿਰਭਰ ਵਰਗਾਂ ਦਾ ਕਲਿਆਣ ਨਹੀਂ ਹੋਣਾ, ਇਹ ਤਾਂ ਦੇਸ਼ ਦੀ ਅਨਾਜ ਸੁਰੱਖਿਆ ਲਈ ਵੀ ਜ਼ਰੂਰੀ ਹੈ। ਸੋ ਉਧਰ ਨੂੰ ਸਾਨੂੰ ਚੱਲਣਾ ਚਾਹੀਦਾ। ਡਾਕਟਰ ਗਿਆਨ ਸਿੰਘ, ਕਿਉਂਕਿ ਜੋ ਤੁਸੀਂ 1991 ਦਾ ਜ਼ਿਕਰ ਕਰਦੇ ਹੋ, ਫਿਰ UPA ਦੀਆਂ ਨੀਤੀਆਂ ਤੇ NDA ਦੀ ਨੀਤੀਆਂ ਵਿੱਚ ਤੁਹਾਨੂੰ ਕੋਈ ਫਰਕ ਲੱਗਦਾ? ਦੁਆਰਾ ਇੱਕ ਵਾਰੀ ਕਿਹਾ। ਜੋ ਤੁਸੀਂ 1991 ਦਾ ਜ਼ਿਕਰ ਕਰਦੇ ਹੋ ਸਰ, ਉਦੋਂ ਤੁਹਾਨੂੰ ਫਿਰ UPA ਤੇ NDA ਦੀਆਂ ਨੀਤੀਆਂ 'ਚ ਕੋਈ ਫਰਕ ਲੱਗਦਾ ਸਰ? ਨਹੀਂ, ਜਿਹੜੇ UPA ਨੇ ਨਵੀਆਂ ਆਰਥਿਕ ਨੀਤੀਆਂ ਸ਼ੁਰੂ ਕੀਤੀਆਂ, NDA ਨੇ ਉਹਨਾਂ ਨੂੰ ਹੋਰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ। ਕੁੱਲ ਮਿਲਾ ਕੇ ਇਹਦੀਆਂ ਨੀਤੀਆਂ ਨੇ ਜਿਹੜੀਆਂ ਉਹ ਪ੍ਰੋ ਕਾਰਪੋਰੇਟ ਰਹੀਆਂ ਹੈਗੀਆਂ। ਜਿਹੜਾ ਖਰਾਬੇ ਦੀ ਗੱਲ ਹੋ ਰਹੀ ਹੈ ਉਹ ਇੰਸ਼ੋਰੈਂਸ ਸੈਕਟਰ ਨੂੰ ਅਸੀਂ ਅੱਗੇ ਰੱਖ ਕੇ ਚੱਲੀਏ, ਕਿਸ ਤਰੀਕੇ ਨਾਲ ਸਮਝੀਏ ਉਸ ਸਾਰੇ? ਨਹੀਂ, ਦੇਖੋ ਜੇ ਤੁਸੀਂ ਇੰਸ਼ੋਰੈਂਸ ਦੀ ਗੱਲ ਕਰੋਗੇ, ਇੰਸ਼ੋਰੈਂਸ ਕੰਪਨੀਆਂ ਪ੍ਰਾਈਵੇਟ ਸੈਕਟਰ ਜੋ ਆਈਆਂ ਉਹਨਾਂ ਨੇ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ, ਉਹ ਲੋਕਾਂ ਨਾਲ ਚੀਟਿੰਗ ਹੈ। ਇੰਸ਼ੋਰੈਂਸ ਦੀ ਕੀ ਲੋੜ ਹੈ ਜਦ ਕੇਂਦਰ ਸਰਕਾਰ ਸਾਰੀ ਪ੍ਰੋਕਿਉਰਮੈਂਟ ਕਰਨ ਦਾ ਵਾਅਦਾ ਕਰਦੀ ਹੈ ਜਾਂ ਪ੍ਰੋਕਿਉਰਮੈਂਟ ਜਿੰਨੀ ਕਰ ਰਹੀ ਹੈ, ਕਿਸਾਨ ਦੇਸ਼ ਲਈ ਖੇਤੀ ਕਰ ਰਿਹਾ ਹੈ, ਉਹਦੇ ਜੇ ਕੋਈ ਖਰਾਬਾ ਹੁੰਦਾ ਹੈ ਉਹ ਸਰਕਾਰ ਹੀ ਕਿਉਂ ਨਾ ਝੱਲੇ ਜਾਂ ਸਟੇਟਾਂ ਕਿਉਂ ਨਾ ਝੱਲਣ, ਕੇਂਦਰ ਕਿਉਂ ਨਾ ਝੱਲੇ, ਮਾਰਕੀਟਿੰਗ ਬੋਰਡ ਜਿਹੜੇ ਹੈਗੇ ਐਗਰੀਕਲਚਰ ਮਾਰਕੀਟਿੰਗ ਬੋਰਡ ਉਹ ਕਿਉਂ ਨਾ ਝੱਲਣ। ਇਸ ਲਈ ਜਿੱਥੇ ਇੰਸ਼ੋਰੈਂਸ ਆ ਜੂਗੀ ਉਹ ਤਾਂ ਕੁਝ ਕਿਸਾਨ 88% ਕਿਸਾਨ ਤਾਂ ਹੈ ਜਿਹੜੇ ਇੰਸ਼ੋਰੈਂਸ ਕਰਵਾ ਨਹੀਂ ਸਕਦੇ, ਉਹਦੀ ਆਰਥਿਕ ਹਾਲਤ ਇੰਨੀ ਪਤਲੀ ਹੈ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਡਾਕਟਰ ਗਿਆਨ ਸਿੰਘ ਵਾਪਸ ਆ ਰਿਹਾ। ਇਸ ਵਕਫੇ ਤੋਂ ਬਾਅਦ ਉਹ ਸਵਾਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਦੇ ਨਾਲ ਤੁਹਾਨੂੰ ਇਹ ਮੁੱਦਾ ਸਮਝ ਆਵੇ, ਕਿਉਂਕਿ ਕਿਸਾਨ ਨੂੰ ਸਿਰਫ ਸਿਆਸਤ ਨਾਲ ਲਪੇਟ ਕੇ ਨਹੀਂ ਸਮਝਣਾ ਚਾਹੀਦਾ। ਕਿਸਾਨ ਸਾਡਾ ਤੁਹਾਡਾ ਢਿੱਡ ਭਰਦਾ
ਤੇ ਜੋ ਰੂਸ ਯੂਕਰੇਨ ਜੰਗ ਦਾ ਜਿਹੜਾ ਜ਼ਿਕਰ ਕਰ ਰਿਹਾ ਡਾਕਟਰ ਗਿਆਨ ਸਿੰਘ, ਉਹ ਦੱਸਦਾ ਹੈ ਕਿ ਕਿਸਾਨ ਦੀ ਵੈਲਿਊ ਕੀ ਹੈ, ਕਿਸਾਨ ਦੀ ਇੰਪੋਰਟੈਂਸ ਕੀ ਹੈ। ਜਦੋਂ ਕੋਵਿਡ ਕਾਲ ਆਇਆ ਸੀ ਉਹਨੇ ਵੀ ਦੱਸਿਆ ਕਿਸਾਨ ਸਾਡੇ ਲਈ ਜ਼ਰੂਰੀ ਕਿਉਂ ਹੈ, ਅੰਨਦਾਤਾ ਸਾਡੇ ਲਈ ਜ਼ਰੂਰੀ ਕਿਉਂ ਹੈ, ਇਸੇ ਲਈ ਡਿਬੇਟ ਵੀ ਹੋਣੀਆਂ ਚਾਹੀਦੀਆਂ। ਪਰ ਅੱਜ ਪਤਾ ਨਹੀਂ ਮੈਨੂੰ ਇਉਂ ਲੱਗਦਾ ਪਿਆ ਕਿ ਜਿਹੜਾ ਜੋਸ਼ ਜਾਂ ਜਿਸ ਤਰੀਕੇ ਨਾਲ ਇਸ ਡਿਬੇਟ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਸੀਗਾ ਜਦੋਂ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਦਿੱਲੀ ਵਿੱਚ ਫਤਿਹ ਹੋਇਆ ਸੀਗਾ, ਉਹੋ ਜਿਹੀਆਂ ਡਿਬੇਟਸ ਅੱਜ ਮਿਸਿੰਗ ਲੱਗਦੀਆਂ ਪਈਆਂ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਗਿਆਨ ਸਿੰਘ। ਜਿੱਥੇ ਅਸੀਂ ਇਸ਼ੂਜ਼ ਦੀ ਗੱਲ ਕਰ ਰਹੇ ਹਾਂ, ਮੁੱਦਿਆਂ ਦੀ ਗੱਲ ਕਰ ਰਹੇ ਹਾਂ, ਉੱਥੇ ਮੇਰਾ ਇਹ ਸਵਾਲ ਕਰਨ ਨੂੰ ਮਨ ਕਰਦਾ ਪਿਆ, ਜਿਸ ਤਰੀਕੇ ਨਾਲ ਜੋਸ਼ ਸੀਗਾ ਪਹਿਲਾਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ, ਉਹੋ ਜਿਹਾ ਜੋਸ਼ ਮੈਨੂੰ ਮੰਨਫੀ ਲੱਗਦਾ ਪਿਆ। ਹਾਲਾਂਕਿ ਕਿਸਾਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਇਹ ਜ਼ਿਕਰ ਕੀਤਾ ਕਿ ਪ੍ਰਬੰਧ ਘੱਟ ਪੈ ਜਾਂਦੇ ਆ, ਲੋਕਾਂ ਵਿੱਚ ਅੱਜ ਵੀ ਜੋਸ਼ ਹੈਗਾ, ਪਰ ਕਈ ਥਾਵਾਂ 'ਤੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਡਾਕਟਰ ਗਿਆਨ ਸਿੰਘ, ਉਸ ਨੂੰ ਕਿਸ ਨਜ਼ਰੀਏ ਨਾਲ ਸਮਝਿਆ ਜਾਵੇ? ਦੇਖੋ, ਜਿਹੜੀ ਜੋਸ਼ ਦੀ ਗੱਲ ਹੈ, ਇਹ ਇੱਕ ਪਲ ਦੇ ਉੱਪਰ ਜੋਸ਼ ਦੀ ਗੱਲ ਨਹੀਂ ਹੋ ਸਕਦੀ। ਜੋਸ਼ ਤਾਂ ਲੰਬੇ ਸਮੇਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਉਪਜੀਆਂ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਹੀ ਹੋ ਸਕਦਾ ਹੈਗਾ। ਤੇ ਇਹ ਹੈ ਕਿ ਇਹ ਜਥੇਬੰਦੀਆਂ ਹੁਣ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਇਕੱਠੀਆਂ ਹੋ ਰਹੀਆਂ ਨੇ, ਤੇ ਇਹ ਕਿਸ ਤਰ੍ਹਾਂ ਅੱਗੇ ਆਪਦੇ ਪ੍ਰੋਗਰਾਮ ਨੂੰ ਅੱਗੇ ਲਿਆਉਂਦੀਆਂ ਨੇ, ਉਹ ਤੇ ਨਿਰਭਰ ਕਰੂਗਾ ਕਿ ਜਿਸ ਤਰ੍ਹਾਂ ਪਹਿਲਾਂ ਸ਼ਾਂਤਮਈ ਤੇ ਲੋਕਤੰਤਰਕ ਢੰਗ ਨਾਲ ਅੱਗੇ ਗਏ ਨੇ, ਇਹ ਲੋਕਾਂ ਦਾ ਵਿਸ਼ਵਾਸ ਜਿੱਤਿਆ, ਲੋਕਾਂ ਦੀ ਹਮਦਰਦੀ ਜਿੱਤੀ ਹੈ। ਜੇ ਉਸ ਹਿਸਾਬ ਨਾਲ ਅੱਗੇ ਚੱਲਣਗੀਆਂ ਤਾਂ ਜਿਹੜਾ ਹੈਗਾ ਇਹ ਸੰਘਰਸ਼ ਅੱਗੇ ਜਾ ਸਕਦਾ ਹੈ। ਮੈਂ ਥੋੜਾ ਇੱਕ ਪੋਲੀਟੀਕਲ ਸਵਾਲ ਕਰ ਲਾਂ ਡਾਕਟਰ ਗਿਆਨ ਸਿੰਘ, ਜੇ ਕਹੋਗੇ ਤਾਂ। ਹਾਂਜੀ, ਦੱਸੋ। ਰਾਜੇਵਾਲ ਡੱਲੇਵਾਲ ਹਰਾਂ ਦਾ ਮੰਨਫੀ ਹੋਣਾ ਤੇ ਕੱਕਾ ਜੀ ਦਾ ਤੇ ਹੋਰ ਇਹੋ ਜਿਹੇ ਕਈ ਆਗੂ ਜਿਹੜੇ ਹੈਗੇ ਵਿੱਚੋਂ ਮੰਨਫੀ ਹੈ। ਇਹ 33 ਜਥੇਬੰਦੀਆਂ ਦਾ ਐਲਾਨ ਸਾਡੇ ਸਾਹਮਣੇ ਹੈ, ਫੈਸਲਾ ਸਾਡੇ ਸਾਹਮਣੇ। ਡਾਕਟਰ ਗਿਆਨ ਸਿੰਘ, ਉਹਨਾਂ ਦਾ ਕੋਈ ਅਸਰ ਪਊਗਾ ਜੋ ਜਥੇਬੰਦੀਆਂ ਪਾਸੇ ਨੇ? ਹਾਲਾਂਕਿ ਡਿਮਾਂਡ ਸਾਰਿਆਂ ਦੀ ਸੇਮ ਹੈ। ਨਹੀਂ, ਦੇਖੋ, ਜਿਹੜੀ ਗੱਲ ਹੈਗੀ ਕਿ ਮੰਗਾਂ ਸਾਰੇ ਇੱਕੋ ਜਿਹੀਆਂ ਨੇ ਜਾਂ ਲਗਭਗ ਇੱਕੋ ਜਿਹੀਆਂ ਨੇ। ਇਹ ਗੱਲ ਹੈ ਕਿ ਕਿਹੜੀਆਂ ਜਥੇਬੰਦੀਆਂ ਬਾਹਰ ਨੇ। ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ, ਕੱਲ ਸ਼ਾਮੀ ਪ੍ਰੈਸ ਕਾਨਫਰੰਸ ਹੋਈ ਹੈ, ਉਹਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਨੇ ਬਾਕੀਆਂ ਨੂੰ ਵੈਲਕਮ ਕੀਤਾ, ਪਰ ਉਹਨਾਂ ਨੇ ਕਿਹਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੇ ਅਸੂਲ ਨੇ ਉਹਨਾਂ ਨੂੰ ਮੰਨ ਕੇ ਸ਼ਾਮਲ ਹੋਣਗੇ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੰਘਰਸ਼ ਚੱਲੂਗਾ, ਸਾਰੇ ਪਹਿਲਾਂ ਦੀ ਤਰ੍ਹਾਂ ਨੇੜੇ ਆਉਂਦੇ ਜਾਣਗੇ ਤੇ ਆਪਦੇ ਜਿਹੜੇ ਬਖਰੇਵੇਂ ਨੇ ਉਹਨਾਂ ਨੂੰ ਘਟਾਉਂਦੇ ਜਾਣਗੇ। ਡਾਕਟਰ ਗਿਆਨ ਸਿੰਘ, ਬੜੀ ਪੋਜ਼ਿਟਿਵ ਗੱਲ ਕੀਤੀ ਹੈ ਤੁਸੀਂ। ਜਿਸ ਤਰੀਕੇ ਨਾਲ ਇਹ ਪੋਜ਼ਿਟਿਵਿਟੀ ਤੁਸੀਂ ਦਿਖਾ ਰਹੇ ਹੋ ਕਿ ਆਮ ਲੋਕ ਉਸੇ ਪੋਜ਼ਿਟਿਵਿਟੀ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਨਗੇ ਜਾਂ ਨਹੀਂ, ਜਾਂ ਲੋਕ ਇਹ ਕਹਿਣਾ ਸ਼ੁਰੂ ਕਰ ਗਏ ਨੇ ਕਿਉਂਕਿ ਪੋਲੀਟੀਕਲ ਲਾਈਨਾਂ ਉਹਨਾਂ ਦੇ ਅੱਗੇ ਖਿੱਚ ਦਿੱਤੀਆਂ ਗਈਆਂ, ਸਿਆਸੀ ਕਤਾਰਾਂ ਉਹਨਾਂ ਦੇ ਅੱਗੇ ਵਿਛਾ ਦਿੱਤੀਆਂ ਗਈਆਂ ਕਿ ਆਮ ਲੋਕ ਪਰੇਸ਼ਾਨ ਆ, ਅਸੀਂ ਉਹਨਾਂ ਦੀ ਪਰੇਸ਼ਾਨੀ ਦੀ ਗੱਲ ਕਰ ਰਹੇ ਹਾਂ। ਡਾਕਟਰ ਗਿਆਨ ਸਿੰਘ, ਦੇਖੋ, ਗੱਲ ਇਹ ਹੈ ਕਿ ਕਿਸਾਨ ਮੋਰਚੇ 'ਚ ਮੇਨ ਧਿਰ ਤਾਂ ਕਿਸਾਨ ਨੇ। ਜਿਵੇਂ ਪਹਿਲਾਂ ਦਾ ਨਾਂ ਕਿਸਾਨ ਅਤੇ ਮਜ਼ਦੂਰ ਮੋਰਚਾ ਸੀ। ਗੱਲ ਹੈ ਕਿ ਕਿਸਾਨ ਮਜ਼ਦੂਰਾਂ ਨਾਲ ਕਿਹੋ ਜਿਹਾ ਵਿਹਾਰ ਕਰਦੇ ਨੇ, ਉਹਨਾਂ ਨਾਲ ਕਿਹੋ ਜਿਹਾ ਰਾਬਤਾ ਬਣਾਉਂਦੇ ਨੇ, ਕੀ ਜਗੀਰੂ ਘੁਰਕੀਆਂ ਅਤੇ ਜਗੀਰੂ ਗਾਲਾਂ ਤੋਂ ਪਰੇ ਹੋ ਕੇ ਉਹਨਾਂ ਨੂੰ ਗੱਲ ਲਾਉਂਦੇ ਤੇ ਉਹਦੀਆਂ ਸਮੱਸਿਆਵਾਂ ਬਾਰੇ ਵੀ ਇਹ ਏਜੰਡਾ ਅੱਗੇ ਲਿਆਉਂਦੇ ਨੇ। ਉਸ ਗੱਲ ਤੇ ਨਿਰਭਰ ਕਰੂਗਾ। ਜੇ ਸਾਰੇ ਕਿਰਤੀ ਸ਼੍ਰੇਣੀਆਂ ਨਾਲ ਲਾਉਣਗੇ ਤਾਂ ਇਹ ਸੰਘਰਸ਼ ਅੱਗੇ ਜਾਊਗਾ। ਜੇ ਇਕੱਲੇ ਕਿਸਾਨ ਹੋਣਗੇ, ਇਕੱਲੇ ਕਿਸਾਨਾਂ ਦਾ ਸੰਘਰਸ਼ ਉਨਾ ਅੱਗੇ ਨਹੀਂ ਜਾ ਸਕਦਾ। ਇਹ ਪਹਿਲਾ ਕਿਸਾਨ ਸੰਘਰਸ਼ ਦਾ ਇਤਿਹਾਸ ਵੀ ਸਾਨੂੰ ਦੱਸਦਾ। ਚਲੋ, ਹੁਣ ਮੈਂ ਦੁਬਾਰਾ ਇਸ਼ੂਸ ਤੇ ਵਾਪਸ ਆਉਣਾ ਡਾਕਟਰ ਗਿਆਨ ਸਿੰਘ, ਫਿਰ ਤੁਹਾਡੇ ਕੋਲ ਮੈਂ ਕੋਈ ਟੇਕ ਲੈ ਲੂੰਗਾ। ਡਾਕਟਰ ਗਿਆਨ ਸਿੰਘ, ਜਿਹੜਾ ਇਹਨਾਂ ਨੇ MSP ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਹੈ, ਉਸ ਤੋਂ ਪਹਿਲਾਂ ਕਮੇਟੀ ਦਾ ਜ਼ਿਕਰ ਹੋਇਆ ਸੀਗਾ, ਕਮੇਟੀ ਨੂੰ ਇਹ ਰੱਦ ਕਰਦੇ ਪਏ ਵਾਰ-ਵਾਰ। ਸਰ, ਕਿਸ ਤਰੀਕੇ ਨਾਲ MSP ਦੀ ਲੀਗਲ ਗਰੰਟੀ ਹੈ ਜਿਹੜੀ, ਉਹ ਤੁਹਾਨੂੰ ਲੱਗਦਾ ਕਿ ਸਾਡਾ ਜਿਹੜਾ ਆਰਥਿਕ ਢਾਂਚਾ ਹੈਗਾ ਕਿ ਉਸ ਨੂੰ ਅਲਾਓ ਕਰਦਾ ਹੈ ਕਿ MSP ਦੀ ਲੀਗਲ ਗਰੰਟੀ ਹੈ ਜਿਹੜੀ ਉਹ ਦਿੱਤੀ ਜਾ ਸਕੇ? ਉਹ ਸਭ ਤੋਂ ਵੱਡੀ ਗੱਲ ਹੈ। 23 ਫਸਲਾਂ ਦੀ ਗਰੰਟੀ ਦਿੱਤੀ ਜਾ ਸਕਦੀ ਹੈ ਕਿ ਨਹੀਂ ਡਾਕਟਰ ਗਿਆਨ ਸਿੰਘ? ਤੇ ਮੈਨੂੰ ਇਹ ਲੱਗਦਾ ਕਿ ਪੂਰੇ ਭਾਰਤ ਦੇ ਐਗਰੋ ਕਲਾਈਮੇਟਿਕ ਜ਼ੋਨਸ ਬਣਾ ਕੇ ਜੋ ਉੱਥੇ ਦੇ ਖੇਤੀਬਾੜੀ ਜਲਵਾਯੂ ਹਾਲਾਤ ਕਿਹੋ ਜਿਹੇ ਨੇ, ਉੱਥੇ ਕਿਹੜੀਆਂ ਫਸਲਾਂ ਕੁਦਰਤੀ ਤੌਰ ਤੇ ਵਧੀਆ ਹੋ ਸਕਦੀਆਂ ਨੇ, ਜੇ ਉਹਦੇ ਹਿਸਾਬ ਨਾਲ ਕੇਂਦਰ ਸਰਕਾਰ ਉੱਥੇ ਉਹ ਫਸਲਾਂ ਲਵਾਵੇ ਜਾਂ ਬਜਵਾਵੇ ਤਾਂ ਉਹ ਉਦੋਂ ਬਾਅਦ ਜਿਹੜਾ ਹੈਗਾ ਲੀਗਲ ਗਰੰਟੀ ਦਿੱਤੀ ਜਾ ਸਕਦੀ ਹੈ। ਤੇ ਉਹ ਫਸਲਾਂ ਉਹੀ ਹੋਣਗੀਆਂ ਜਿਹੜੀਆਂ ਉਸ ਇਲਾਕਿਆਂ ਦੀਆਂ ਹੋਣਗੀਆਂ ਤੇ ਜਿਨ੍ਹਾਂ ਨੂੰ ਘੱਟ ਕਾਸਟ ਆਫ ਪ੍ਰੋਡਕਸ਼ਨ ਤੇ ਪ੍ਰੋਡਿਊਸ ਕੀਤਾ ਜਾ ਸਕੂਗਾ। ਤੇ ਪ੍ਰੋਕਿਉਰਮੈਂਟ ਵੀ ਉੱਥੋਂ ਯਕੀਨੀ ਬਣਾਈ ਜਾ ਸਕਦੀ ਹੈ ਤੇ ਬਣਾਈ ਜਾਣੀ ਚਾਹੀਦੀ ਹੈ। ਉਹਦੇ ਨਾਲ ਪੂਰੇ ਭਾਰਤ ਦਾ ਹੀ ਫਾਇਦਾ ਹੋਊਗਾ। ਜਿਵੇਂ ਹੁਣ ਪੰਜਾਬ ਦੇ ਸਿਰ
ਪੈਡੀ ਦੀ ਫਸਲ ਮੜੀ ਹੋਈ ਹੈ, ਸਾਡਾ ਧਰਤੀ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਪੋਲੂਸ਼ਨ ਦਾ ਸਾਰਾ ਬਲੇਮ ਪੰਜਾਬ ਦੇ ਸਿਰ ਆ ਰਿਹਾ ਹੈ, ਤੇ ਉਹਨਾਂ ਗੱਲਾਂ ਤੋਂ ਵੀ ਸਾਡਾ ਛੁਟਕਾਰਾ ਹੋਊਗਾ। ਇੱਕ ਦਰਸ਼ਕ ਦਾ ਸਵਾਲ ਆਇਆ ਡਾਕਟਰ ਗਿਆਨ ਸਿੰਘ ਮੇਰੇ ਕੋਲੇ। ਉਹ ਦਰਸ਼ਕ ਕਹਿੰਦਾ ਕਿ ਕਿਸਾਨ ਬਿਜਲੀ ਵਾਲੀ ਸਬਸਿਡੀ ਛੱਡ ਕੇ ਜਿਹੜਾ ਖਰਚਾ ਸਰਕਾਰਾਂ ਤੋਂ ਲੈਣਾ ਸ਼ੁਰੂ ਕਰਨ, ਤੁਹਾਨੂੰ ਲੱਗਦਾ ਕਿ ਵਾਇਬਲ ਕੁਐਸਚਨ ਹੈ? ਨਹੀਂ, ਦੇਖੋ, ਇਹ ਕਈ ਜਿਹੜੇ ਹੈਗੇ ਸਾਡੇ ਵਿਦਵਾਨ ਉਹਨਾਂ ਨੇ ਵੀ ਕਿਹਾ ਹੈਗਾ ਕਿ ਇਹਨੂੰ ਕਾਸਟ ਆਫ ਪ੍ਰੋਡਕਸ਼ਨ ਚ ਪਾ ਲੈਣ। ਜਿਹੜੀ ਕਾਸਟ ਆਫ ਪ੍ਰੋਡਕਸ਼ਨ ਨੂੰ ਬੇਸ ਬਣਾਉਣ ਦੀ ਗੱਲ MS ਸਵਾਮੀਨਾਥਨ ਕਰਦਾ ਜਾਂ ਇਹ ਕਿਸਾਨ ਜਥੇਬੰਦੀਆਂ ਕਰਦੇ ਨੇ, ਉਹ ਕਾਸਟ ਆਫ ਪ੍ਰੋਡਕਸ਼ਨ ਦਾ ਆਲ ਇੰਡੀਆ ਲੈਵਲ ਤੇ ਉਹਦੀ ਔਸਤ ਹੁੰਦੀ ਹੈਗੀ। ਇਹ ਜਿਹੜੀ ਬਿਜਲੀ ਸਬਸਿਡੀ ਹੈ ਇਹ ਤਾਂ ਸਟੇਟਾਂ ਦਿੰਦੀਆਂ ਨੇ, ਤੇ ਸਿਰਫ ਇਹ ਜ਼ਿਆਦਾ ਜਿਹੜੇ ਲੋਕ ਨੇ ਪ੍ਰੋ ਕਾਰਪੋਰੇਟ ਪੱਖੀ ਜਾਂ ਉਧਰ ਵੱਲ ਦਾ ਝੁਕਾਲੇ ਤਾਂ ਉਹ ਦੇਖਦੇ ਨੇ ਕਿ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ, ਉਹਦੇ ਦੰਦ ਕਥਾ ਬਹੁਤ ਜ਼ਿਆਦਾ ਹੁੰਦੀ ਹੈ। ਹੁਣੇ ਜਿਹੜੇ ਕਾਰਪੋਰੇਟ ਸੈਕਟਰ ਦੇ ਜਿਹੜੇ ਹੈਗੇ NPA ਉਹਨਾਂ ਨੂੰ ਰਾਈਟ ਆਫ ਕੀਤਾ, ਉਹਦਾ ਐਡਾ ਵੱਡਾ ਅਮਾਉਂਟ ਹੈ ਕਿ ਕਿਸਾਨਾਂ ਦਾ ਸਾਰਾ ਲੋਨ ਹੀ ਖਤਮ ਹੋ ਸਕਦਾ, ਸਾਰਾ ਕੁਝ ਠੀਕ ਹੋ ਸਕਦਾ ਹੈਗਾ। ਇਸ ਲਈ ਸਾਨੂੰ ਉਸ ਸੰਦਰਭ 'ਚ ਵੀ ਸੋਚਣ ਦੀ ਲੋੜ ਹੈ। ਡਾਕਟਰ ਗਿਆਨ ਸਿੰਘ, ਜਿਹੜੇ ਤੁਸੀਂ NP ਦਾ ਜ਼ਿਕਰ ਕਰਦੇ ਹੋ, ਉਦੋਂ ਸਟੇਟ ਗੌਰਮੈਂਟ ਦੇ ਉੱਤੇ ਇਹ ਪਾ ਦਿੱਤਾ ਜਾਂਦਾ ਹੈ ਕਿ ਸਟੇਟ ਗੌਰਮੈਂਟ ਇਲੈਕਸ਼ਨਸ ਤੋਂ ਪਹਿਲਾਂ ਜਦੋਂ ਉਹ ਚੋਣਾਂ ਲੜ ਰਹੀਆਂ ਹੁੰਦੀਆਂ, ਤਿਆਰੀ ਉਦੋਂ ਅਨਾਊਂਸਮੈਂਟ ਕਰਦੀਆਂ, ਕੇਂਦਰ ਕਹਿੰਦਾ ਫਿਰ ਉਹ ਪੂਰੀਆਂ ਕਰੇ ਨਾ, ਅਸੀਂ ਕਿਉਂ ਕਰੀਏ। ਇਹ ਇੱਕ ਦੂਜੇ ਨੂੰ ਫੁੱਟਬਾਲ ਬਣਾ ਕੇ ਖੇਡਿਆ ਜਾਂਦਾ, ਪਾਸ ਦਿੱਤਾ ਜਾਂਦਾ। ਕਿਸਾਨ ਉੱਥੇ ਕਿਤੇ ਨਹੀਂ ਦਿਖਦਾ ਮੈਨੂੰ ਡਾਕਟਰ ਗਿਆਨ ਸਿੰਘ। ਦੇਖੋ, ਜਿਹੜੀ ਗੱਲ ਹੈ ਵਾਅਦੇ ਦਾਅਵੇ ਤੇ ਮੁੜ ਕੇ ਨਵੇਂ ਵਾਅਦੇ, ਇਹ ਇਕੱਲੀਆਂ ਸਟੇਟਾਂ ਨਹੀਂ ਕਰਦੀਆਂ, ਇਹ ਕੇਂਦਰਲੇ ਵੀ ਰਾਸ਼ਟਰੀ ਪਾਰਟੀਆਂ ਕਰਦੀਆਂ ਨੇ। ਉਹ ਤਾਂ ਲੋਕ ਅੱਗੇ ਨਾਲੋਂ ਸੁਚੇਤ ਹੋ ਰਹੇ ਨੇ ਤੇ ਲੋਕ ਸਵਾਲ ਪੁੱਛਣ ਲੱਗ ਗਏ ਨੇ। ਇਕੱਲੇ ਕਿਸਾਨ ਨਹੀਂ, ਇਹ ਹਰੇਕ ਵਰਗ ਜਦੋਂ ਇਲੈਕਸ਼ਨ ਆਉਂਦੀਆਂ ਨੇ ਤਾਂ ਉਹ ਸਵਾਲ ਪੁੱਛਣ ਲੱਗ ਗਏ ਨੇ। ਉਹ ਸਾਡੇ ਡੈਮੋਕ੍ਰੇਸੀ ਦਾ ਬੜਾ ਪੋਜ਼ਿਟਿਵ ਆਸਪੈਕਟ ਹੈ ਤੇ ਉਹ ਜ਼ਰੂਰੀ ਵੀ ਹੈ। ਕਿਸਾਨ ਸਾਡੀ GDP ਦਾ, ਸਾਡੀ GSDP ਦਾ ਹਿੱਸਾ ਹੈ ਡਾਕਟਰ ਗਿਆਨ ਸਿੰਘ ਜਾਂ ਨਹੀਂ? ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਕੰਟਰੀਬਿਊਸ਼ਨ ਸੀ ਕਿਸਾਨਾਂ ਦੀ, ਉਹ ਐਗਰੀਕਲਚਰ ਸੈਕਟਰ ਦੀ, ਉਹ ਬਹੁਤ ਜ਼ਿਆਦਾ ਦੱਸੀ ਜਾਂਦੀ ਸੀ। ਹੁਣ ਕਹਿੰਦੇ ਘੱਟ ਹੈ, ਪਰ ਕੋਵਿਡ ਕਾਲ ਤੋਂ ਬਾਅਦ ਇੱਕ ਵਾਰ ਫਿਰ ਸਰਕਾਰਾਂ ਨੂੰ ਸਮਝ ਆ ਗਈ ਹੈ ਕਿ ਐਗਰੀਕਲਚਰ ਸੈਕਟਰ ਦੀ ਗੱਲ ਹੋਣੀ ਲਾਜ਼ਮੀ ਹੈ। ਡਾਕਟਰ ਗਿਆਨ ਸਿੰਘ, ਤੁਸੀਂ ਐਗਰੋ ਇਕੋਨੋਮਿਸਟ ਹੋ, ਤੁਸੀਂ ਬਹੁਤ ਸਟੱਡੀ ਕੀਤੀ ਹੈ ਇਹਨਾਂ ਮੁੱਦਿਆਂ 'ਤੇ ਕਿ ਸਾਡੀ GDP ਦਾ, ਸਾਡੀ GSDP ਦਾ ਐਗਰੀਕਲਚਰ ਸੈਕਟਰ ਕਿੰਨਾ ਵੱਡਾ ਹਿੱਸਾ ਹੈ, ਇਹ ਦੱਸ ਸਕਦੇ ਹੋ? ਇਹ ਦੇਖੋ, ਇੱਕ ਗੱਲ ਹੈ, ਮੈਂ ਪਹਿਲਾਂ ਕੁਝ ਅੰਕੜੇ ਦੇ ਚੁੱਕਿਆ। 1950-51 ਚ ਇਹ 50% 1950-51 ਚ 55% GDP ਦਾ ਹਿੱਸਾ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ। ਹੁਣ 16% ਦੇ ਕਰੀਬ ਹੈ। ਇਹ ਦੋ ਹੀ ਤਰ੍ਹਾਂ ਨੇ ਕਿ ਜਿੱਦਾਂ ਸਰਕਾਰੀ ਪੱਖ ਜਾਂ ਕਾਰਪੋਰੇਟ ਪੱਖ ਲੈਣਾ ਹੋਵੇ, ਇਹ ਕਹੀਏ ਕਿ ਕਿਸਾਨ ਸਿਰਫ 16% ਕੰਟਰੀਬਿਊਟ ਕਰਦਾ GDP 'ਚ, ਹੈ ਨਾ। ਦੂਜੇ ਪਾਸੇ ਜਿਹੜੀ ਅਸਲੀਅਤ ਹੈ ਕਿ GDP ਦੇ ਵਿੱਚੋਂ ਸਿਰਫ 16% ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਇਹ ਤਾਂ ਹੁਣ ਕੇਂਦਰ ਸਰਕਾਰ, ਰਾਜ ਸਰਕਾਰਾਂ ਦੀਆਂ ਖੇਤੀਬਾੜੀ ਤੇ ਆਰਥਿਕ ਨੀਤੀਆਂ ਤੇ ਨਿਰਭਰ ਕਰੂਗਾ ਕਿ ਇਹ ਹਿੱਸੇ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਕਿਉਂਕਿ 50% ਦੇਸ਼ ਦੀ ਆਬਾਦੀ ਇਸ ਖੇਤਰ ਤੇ ਨਿਰਭਰ ਹੈ ਅਤੇ ਸਾਡੀ ਜ਼ਿੰਦਗੀ ਦੀ ਹੋਂਦ ਵੀ ਇਸ ਖੇਤਰ ਤੇ ਨਿਰਭਰ ਹੈ। ਮੈਂ ਇਸੇ ਕਰਕੇ ਦੁਬਾਰਾ ਪੁੱਛਿਆ ਸੀਗਾ, ਮੈਂ ਚਾਹੁੰਦਾ ਸੀਗਾ ਸਾਡੇ ਦਰਸ਼ਕਾਂ ਨੂੰ ਇਹ ਚੰਗੀ ਤਰ੍ਹਾਂ ਸਮਝ ਆਵੇ। ਡਾਕਟਰ ਗਿਆਨ ਸਿੰਘ, ਹੋਰ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਹੈਗੇ ਆ। ਕਿਸਾਨ ਅੰਦੋਲਨ, ਕਿਸਾਨ ਸੰਘਰਸ਼ ਕੀ ਉਸ ਰਾਹ ਤੇ ਮੁੜ ਪੈ ਸਕਦਾ ਜਿੱਥੇ ਸਰਕਾਰਾਂ ਨੂੰ ਸੋਚਣ ਤੇ ਮਜਬੂਰ ਹੋਣਾ ਪਵੇ? ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡੇ ਸਵਾਲ ਅਸੀਂ ਪੁੱਛ ਰਹੇ ਹਾਂ ਤੇ ਡਾਕਟਰ ਗਿਆਨ ਸਿੰਘ ਸਾਡੇ ਨਾਲ ਹੈ। ਡਾਕਟਰ ਗਿਆਨ ਸਿੰਘ, 60 ਸਾਲ ਤੋਂ ਉਮਰ ਤੋਂ ਜਿਹੜੇ ਵਧੇਰੇ ਹੈ ਕਿਸਾਨ, ਉਹਨਾਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸਾਡੇ ਇਸ ਪੂਰੇ ਸਿਸਟਮ ਵਿੱਚੋਂ ਪੈਨਸ਼ਨ ਨੂੰ ਆਊਟ ਕੀਤਾ ਜਾ ਰਿਹਾ ਹੈ। ਜਿੱਥੇ ਪੁਰਾਣੀ ਪੈਨਸ਼ਨ ਬਹਾਲੀ ਦੇ ਨੋਟੀਫਿਕੇਸ਼ਨ ਆ ਉਹਨਾਂ ਵਿੱਚ ਅੜਿੱਕਾ ਆ ਰਿਹਾ, ਜਿਹੜੇ ਪੈਸੇ ਸੈਂਟਰ ਕੋਲੇ ਪਏ ਆ, ਸਟੇਟ ਗੌਰਮੈਂਟ ਉਹਦੇ ਲਈ ਰੌਲਾ ਪਾ ਰਹੀਆਂ। ਡਾਕਟਰ ਗਿਆਨ ਸਿੰਘ, ਤੇ ਇਹ ਜਿਹੜੀ ਪੈਨਸ਼ਨ ਦੀ ਮੰਗ ਹੈ, ਇਹ ਬਹੁਤ ਜਾਇਜ਼ ਮੰਗ ਮੰਨਦੇ ਤੁਸੀਂ ਡਾਕਟਰ ਗਿਆਨ ਸਿੰਘ? ਦੇਖੋ, ਇਹ ਜਿਹੜਾ ਬੁਢਾਪਾ ਹੁੰਦਾ ਉਹ 'ਚ ਆਰਥਿਕ ਸਹਾਰਾ ਜ਼ਰੂਰੀ ਹੁੰਦਾ। ਜਿਸ ਤਰ੍ਹਾਂ ਸਾਡਾ ਸਮਾਜ ਟੁੱਟ ਰਿਹਾ ਹੈ, ਅਸੀਂ ਅਕਿਊਟ ਮਟੀਰੀਅਲਿਜ਼ਮ ਤੇ ਐਕਸੈਸ ਇੰਡੀਵਿਜੂਅਲਿਜ਼ਮ ਵੱਲ ਨੂੰ ਜਾ ਰਹੇ ਹਾਂ, ਉਹ 'ਚ ਪੈਨਸ਼ਨ ਦੀ ਲੋੜ ਹੈਗੀ। ਜਿਹੜੇ ਲੋਕ ਸਾਰੀ ਉਮਰ, ਆਪਦੀ ਉਮਰ ਦਾ ਵੱਡਾ ਹਿੱਸਾ ਜਿਹੜਾ ਹੈਗਾ 60 ਸਾਲ ਤੱਕ ਦੇਸ਼ ਲਈ ਅਨਾਜ ਸੁਰੱਖਿਆ ਲਈ ਕੰਮ ਕਰਦੇ ਨੇ, ਉਹਨਾਂ ਲਈ ਪੈਨਸ਼ਨ ਕਿਉਂ ਨਾ ਹੋਵੇ? ਪੈਨਸ਼ਨ ਤਾਂ ਹਰੇਕ ਵਰਗ ਨੂੰ ਚਾਹੀਦੀ ਹੈ। ਕਿੰਨੀ ਪੈਨਸ਼ਨ ਹੋਵੇ ਡਾਕਟਰ ਗਿਆਨ ਸਿੰਘ? ਕਿੰਨੀ ਪੈਨਸ਼ਨ ਹੋਵੇ? ਜੇ ਪੈਨਸ਼ਨ ਹੋਵੇ ਉਹਦਾ ਕੋਈ ਕ੍ਰਾਈਟੇਰੀਆ ਹੋਊਗਾ ਕਿ 2 ਏਕੜ ਵਾਲੇ ਨੂੰ ਇੰਨੀ, 5 ਏਕੜ ਵਾਲੇ ਨੂੰ ਇੰਨੀ, ਬਹੁਤ ਧਨਾੜਾ ਉਹਨੂੰ ਇੰਨੀ, ਇਹਦਾ ਵੀ ਕੋਈ ਕ੍ਰਾਈਟੇਰੀਆ ਹੋਊਗਾ? ਤੁਹਾਡੇ ਇੱਥੇ ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹਾਂ ਕਿ ਜਿੰਨਾ ਖੇਤ ਦਾ ਆਕਾਰ ਛੋਟਾ,
ਹਾਂ ਜਾਂ ਭੂਮੀਹੀਣਤਾ ਹੈਗੀ, ਲੈਂਡਲੈਸ ਫਾਰਮਰਸ ਨੇ, ਐਗਰੀਕਲਚਰ ਲੇਬਰ, ਰੂਰਲ ਆਰਟੀਜ਼ਨਸ ਹੈ, ਉਹਨਾਂ ਕੋਲ ਤਾਂ ਕੋਈ ਜ਼ਮੀਨ ਹੀ ਨਹੀਂ ਹੈਗੀ, ਉਹਨਾਂ ਦੀ ਪੈਨਸ਼ਨ ਦੂਜਿਆਂ ਨਾਲੋਂ ਵੱਧ ਚਾਹੀਦੀ ਹੈ ਕਿ ਦੂਜਿਆਂ ਕੋਲ ਤਾਂ ਜ਼ਮੀਨ ਦਾ ਸਹਾਰਾ ਵੀ ਹੈਗਾ। ਜਿਹੜੇ ਲੈਂਡਲੈਸ ਫਾਰਮਰ ਹੈਗੇ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ? ਮੁਜ਼ਾਹਰੇ ਕਹਿੰਦੇ ਜਿਨ੍ਹਾਂ ਨੂੰ, ਹਾਂ ਹਾਂਜੀ ਮੁਜ਼ਾਹਰੇ ਨੇ, ਖੇਤ ਮਜ਼ਦੂਰ ਹੈ, ਪਿੰਡੂ ਕਾਰੀਗਰ ਹੈ। ਹਾਂ, ਉਹਨਾਂ ਨੂੰ ਤੁਸੀਂ ਕਹਿੰਦੇ ਜ਼ਿਆਦਾ ਮਿਲਣੀ ਚਾਹੀਦੀ ਪੈਨਸ਼ਨ? ਬਿਲਕੁਲ, ਉਹਨਾਂ ਕੋਲ ਤਾਂ ਕੋਈ ਆਪਦੀ ਲੇਬਰ ਵੇਚਣ ਤੋਂ ਸਿਵਾਏ ਹੋਰ ਕੁਝ ਹੈ ਹੀ ਨਹੀਂ, ਹੈ ਨਾ। ਉਹਨਾਂ ਕੋਲ ਕੁਝ ਵੀ ਨਹੀਂ ਹੈਗਾ। ਜਿਸ ਤਰ੍ਹਾਂ ਜ਼ਮੀਨ ਦਾ ਆਕਾਰ ਵੱਧਦਾ ਜਾਊਗਾ, ਜੇ ਐਮਐਸਪੀ ਦੀ ਲੀਗਲ ਗਰੰਟੀ ਵੀ ਹੋ ਜਾਂਦੀ ਹੈ ਤਾਂ ਵੀ ਉਹਨਾਂ ਦੀ ਆਮਦਨ ਵੱਧਦੀ ਜਾਊਗੀ। ਪਰ ਇਹਨਾਂ ਲੋਕਾਂ ਦਾ ਸਿਰਫ ਉਹਦਾ ਲੇਬਰ ਵੇਚਣੀ ਹੈ ਤੇ ਉਹ ਤੋਂ ਉਹਨਾਂ ਨੂੰ ਪੈਸੇ ਮਿਲਣੇ ਨੇ, ਉਹਨਾਂ ਕੋਲ ਤਾਂ ਕੋਈ ਸਾਧਨ ਨਹੀਂ ਹੈਗਾ ਉਤਪਾਦਨ ਦਾ, ਇਸ ਲਈ ਉਹਨਾਂ ਦੀ ਪੈਨਸ਼ਨ ਦੂਜਿਆਂ ਨਾਲੋਂ ਵੱਧ ਹੋਣੀ ਚਾਹੀਦੀ ਹੈ। ਸਰ ਉਹਨਾਂ ਦਾ ਡਾਟਾਬੇਸ ਹੈ ਸਰਕਾਰ ਕੋਲੇ, ਕੋਈ ਦਿੱਕਤ ਤਾਂ ਨਹੀਂ ਉਹ ਡਾਟਾਬੇਸ ਕਲੈਕਟ ਕਰਨ ਲਈ? ਨਾ ਡਾਟਾਬੇਸ ਦੀ ਕੋਈ ਪ੍ਰੋਬਲਮ ਨਹੀਂ। ਸਟੈਟਿਸਟੀਕਲ ਸਟੈਟ ਆਫ ਇੰਡੀਆ, ਸਟੈਟਿਸਟੀਕਲ ਸਟੈਟ ਆਫ ਪੰਜਾਬ ਪੂਰੇ ਅੰਕੜਿਆਂ ਨਾਲ ਭਰੇ ਪਏ ਨੇ। ਡਾਕਟਰ ਗਿਆਨ ਸਿੰਘ, ਜਿਹੜੀ ਇਹ ਕਿਸਾਨਾਂ ਦੀਆਂ ਮੰਗਾਂ ਪੈਨਸ਼ਨ ਵਾਲੀ, ਇਹਦੇ ਵਿੱਚ ਉਹ ਸਾਰੇ ਏਰੀਆਸ ਕਵਰ ਹੋ ਰਹੇ ਆ ਜਿਹਨਾਂ ਤੁਸੀਂ ਗੱਲ ਕਰ ਰਹੇ ਹੋ, ਕਿਰਤੀ ਕਾਮਿਆਂ ਦੀ, ਮਜ਼ਦੂਰਾਂ ਦੀ, ਜਿਹੜਾ ਕੋਲੇ ਜ਼ਮੀਨ ਘੱਟ ਹੈ, ਉਹਨਾਂ ਦਾ ਸਾਰਾ ਜ਼ਿਕਰ ਹੋ ਰਿਹਾ ਵਿੱਚ, ਜਾਂ ਤੁਹਾਨੂੰ ਲੱਗਦਾ ਕਿ ਸਿਰਫ ਇੱਕ ਕਿਸਾਨਾਂ ਦੀ ਹੀ ਗੱਲ ਹੋ ਰਹੀ ਹੈ? ਦੇਖੋ, ਜਿਹੜਾ ਹੁਣ ਕਿਸਾਨ ਸੰਯੁਕਤ ਮੋਰਚਾ ਹੈ ਅੱਜ ਦੀ ਘੜੀ ਜਿਹੜੀ ਇਹ ਗੱਲ ਕਰ ਰਹੇ ਨੇ, ਕਿਸਾਨਾਂ ਦੀ ਗੱਲ ਕਰ ਰਹੇ ਨੇ, ਪਰ ਜਿਹੜਾ ਪਹਿਲਾ ਸੰਯੁਕਤ ਕਿਸਾਨ ਮੋਰਚਾ ਸੀ ਲੰਬੇ ਟਾਈਮ ਲਈ ਚੱਲਿਆ, ਉਹ 'ਚ ਕਿਸਾਨ ਅਤੇ ਖੇਤ ਮਜ਼ਦੂਰ ਮੋਰਚਾ ਕਿਹਾ ਗਿਆ ਸੀ, ਉੱਥੇ ਕਿਸਾਨਾਂ ਦੀ ਗੱਲ ਕੀਤੀ ਗਈ। ਪਰ ਜੇ ਅਸੀਂ ਨਾ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਗਈ, ਜੇ ਅਸੀਂ ਖੇਤ ਮਜ਼ਦੂਰਾਂ ਦੇ ਪਿੰਡੂ ਛੋਟੇਕਾਰੀ ਗੱਲਾਂ ਦੀ ਗੱਲ ਨਹੀਂ ਕਰਾਂਗੇ ਤਾਂ ਇਹ ਮੋਰਚਾ ਉਨਾ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਤਿੰਨੇ ਵਰਗਾਂ ਨਾਲ ਖੇਤੀਬਾੜੀ ਸੰਭਵ ਹੈ। ਤੇ ਸਭ ਤੋਂ ਥੱਲੇ ਵਾਲੇ ਜੇ ਦੋ ਪੌੜੀ ਦੇ ਡੰਡੇ ਨੇ, ਪੇਂਡੂ ਆਰਥਿਕਤਾ ਦੀ ਪੌੜੀ ਜਾਂ ਪੇਂਡੂ ਖੇਤੀਬਾੜੀ ਪੌੜੀ, ਤੇ ਉਹ ਟੁੱਟਦੇ ਵੀ ਜ਼ਿਆਦਾ, ਘਸਦੇ ਵੀ ਜ਼ਿਆਦਾ, ਉਹਨਾਂ ਨੂੰ ਠੁੱਡੇ ਵੀ ਜ਼ਿਆਦਾ ਮਰ ਜਾਂਦੇ ਆ, ਇਸ ਲਈ ਉਹਨਾਂ ਲਈ ਜ਼ਿਆਦਾ ਦੇਣ ਦੀ ਲੋੜ ਹੈਗੀ। ਡਾਕਟਰ ਗਿਆਨ ਸਿੰਘ, ਜਿਸ ਤਰੀਕੇ ਨਾਲ ਤੁਸੀਂ ਇਸ ਵਰਗ ਦੀ ਬਹੁਤ ਗੱਲ ਕਰਦੇ ਹੋ, ਤੁਹਾਨੂੰ ਕਿਉਂ ਲੱਗਦਾ ਕਿ ਇਸ ਵਰਗ ਨੂੰ ਕਿਸਾਨ ਪੁੱਛਦਾ ਨਹੀਂਗਾ? ਕਿਉਂ ਲੱਗਦਾ? ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਕਿਸਾਨ ਹੈ ਇਹ ਕਿਸੇ ਮੌਕੇ ਜਾਗੀਰਦਾਰੀ ਸਿਸਟਮ 'ਚੋਂ ਆਇਆ। ਜਾਗੀਰਦਾਰੀ ਸਿਸਟਮ ਹੈ ਜਿਹੜਾ, ਉਹ ਤਾਂ 1947 ਤੋਂ ਬਾਅਦ ਵੱਖ-ਵੱਖ ਸਟੇਟਾਂ ਨੇ ਸਾਰੇ ਖਤਮ ਹੋ ਗਿਆ, ਪਰ ਸਾਡੇ ਜ਼ਿਆਦਾ ਕਿਸਾਨਾਂ ਦੇ ਵਿੱਚ ਜਗੀਰੂ ਪ੍ਰਵਿਰਤੀਆਂ ਅੱਜ ਵੀ ਭਾਰੀ ਨੇ ਕਿ ਉਹ ਇਹਨਾਂ ਨਾਲ ਦੁਰਵਿਹਾਰ ਕਰਦੇ ਨੇ ਤੇ ਇਹਨਾਂ ਨਾਲ ਵਿਤਕਰੇ ਕਰਦੇ ਨੇ, ਭਾਵੇਂ ਉਹ ਪਹਿਲਾਂ ਨਾਲੋਂ ਬਹੁਤ ਘਟੇ ਨੇ। ਤੇ ਇਨਸਾਫ ਦੀ ਆਵਾਜ਼ ਵੀ ਰਹੇ, ਕੁਝ ਕਿਸਾਨ ਜਥੇਬੰਦੀਆਂ ਵੀ ਇਹਦੇ ਹੱਕ ਦੀ ਗੱਲ ਕਰਦੀਆਂ ਨੇ, ਪਰ ਹਲੇ ਵੀ ਜਗੀਰੂ ਘੁਰਕੀਆਂ ਤੇ ਜਗੀਰੂ ਗਾਲਾਂ, ਜਿਹੜੀ ਹੈਗੀ ਜਗੀਰੂ ਜਾਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਜੇ ਉਹਨਾਂ ਨੂੰ ਨਹੀਂ ਰੋਕਾਂਗੇ ਤਾਂ ਜਿਹੜਾ ਇਹਦੀ ਕਾਮਯਾਬੀ ਹੈ ਉਸ ਪੱਧਰ ਦੀ ਨਹੀਂ ਹੋਊਗੀ ਜਿਹੜੇ ਪੱਧਰ ਦੀ ਹੋਣੀ ਚਾਹੀਦੀ ਹੈ। ਡਾਕਟਰ ਗਿਆਨ ਸਿੰਘ, ਜਦੋਂ ਇਹ ਗੱਲ ਸਰਕਾਰ ਨਾਲ ਇਹ ਸਾਰੀ ਹੁੰਦੀ ਆ, ਰਾਬਤਾ ਹੁੰਦਾ, ਉਸ ਤੋਂ ਬਾਅਦ ਇਹ ਕਿਸਾਨ ਮੋਰਚਾ ਆਪਸ ਵਿੱਚ ਇਲਜ਼ਾਮ ਤਰਾਸ਼ੀਆਂ ਵਿੱਚ ਵੀ ਪੈਂਦਾ, ਤਾਂ ਲੱਗਦਾ ਕਿ ਉਹ ਇਲਜ਼ਾਮ ਤਰਾਸ਼ੀਆਂ ਤੋਂ ਬਾਅਦ ਜਿਹੜੀ ਇਹ ਆਪਸ ਵਿੱਚ ਇਹਨਾਂ ਵਿੱਚ ਦਰਾਰਾਂ ਪਈਆਂ, ਤੁਸੀਂ ਕਹਿ ਰਹੇ ਹੋ ਏਕੇ ਦੇ ਰਾਹ ਆ ਸਕਦੇ ਆ ਜਿਵੇਂ ਜਿਵੇਂ ਅੰਦੋਲਨ ਅੱਗੇ ਵਧੂਗਾ। ਡਾਕਟਰ ਗਿਆਨ ਸਿੰਘ, ਜਿਹੜੀਆਂ ਇੱਕ ਸਿਆਸੀ ਲਕੀਰਾਂ ਵਿੱਚ ਖਿੱਚ ਦਿੱਤੀਆਂ ਗਈਆਂ, ਤੁਹਾਨੂੰ ਲੱਗਦਾ ਕਿ ਉਹ ਸਿਆਸੀ ਲਕੀਰਾਂ ਪੂਰ ਲਿੱਤੀਆਂ ਜਾਣਗੀਆਂ? ਦੇਖੋ, ਸਿਆਸੀ ਲਕੀਰਾਂ ਵੀ ਨੇ, ਹੋਮੇ ਦਾ ਸਵਾਲ ਵੀ ਹੈ ਅਤੇ ਰਾਜਸੀ ਪ੍ਰਾਪਤੀਆਂ ਦਾ ਸਵਾਲ ਵੀ ਹੈ। ਇਹਦਾ ਜੇ ਤਿੰਨੇ ਗੱਲਾਂ ਤੋਂ ਉੱਪਰ ਉੱਠਣਗੇ ਫੇਰ ਇਹ ਕਾਮਯਾਬੀ ਹੈ। ਜੇ ਉਧਰ ਨੂੰ ਝੁਕਾ ਰਿਹਾ ਹੋਮਿਓ ਵਾਲਾ ਵੀ ਸਭ ਤੋਂ ਵੱਡਾ ਲੀਡਰ ਮੈਂ, ਬਾਕੀ ਕੁਝ ਨਹੀਂ, ਫਿਰ ਤਾਂ ਪ੍ਰੋਬਲਮ ਆਊਗੀ। ਜੇ ਸਿਆਸੀ ਲਕੀਰਾਂ ਖਿੱਚਾਂਗੇ, ਮਿਨੀਮਮ ਪ੍ਰੋਗਰਾਮ ਦੀ ਗੱਲ ਨਹੀਂ ਕਰਾਂਗੇ, ਫਿਰ ਵੀ ਗੱਲ ਨਹੀਂ ਬਣਨੀ। ਜੇ ਰਾਜਸੀ ਅਹੁਦਿਆਂ ਦੀ ਪ੍ਰਾਪਤੀ ਦੀ ਲਾਲਸਾ ਰਹੂਗੀ ਤਾਂ ਵੀ ਇਹ ਉਧਰ ਨੂੰ ਗੱਲ ਨਹੀਂ ਜਾਣੀ ਹੈਗੀ, ਕਿਉਂਕਿ ਉਹ ਸਾਨੂੰ ਤਜਰਬਾ ਹੋ ਚੁੱਕਾ ਹੈ। ਕਿਸਾਨ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਮੋਰਚਾ ਫਤਿਹ ਹੋਇਆ, ਉਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਨੇ ਰਾਜਸੀ ਪਿੰਡ 'ਚ ਆਈਆਂ, ਉਹੀ ਜਿਹੜੀ ਗੱਲ ਮੈਂ ਪਹਿਲਾਂ ਕਹਿ ਰਿਹਾ ਸੀ, ਖੇਤ ਮਜ਼ਦੂਰਾਂ ਦੇ ਪੇਂਡੂ ਕਾਰੀਗਰਾਂ ਨਾਲ ਉਹ ਰਾਬਤਾ ਨਾ ਹੋਣ ਕਰਕੇ ਦੇਖਿਆ ਕਿ ਉਹਦੀਆਂ ਤਾਂ ਬਹੁਤੀ ਜਗ੍ਹਾ ਜਵਾਨਤਾਂ ਵੀ ਜ਼ਬਤ ਹੋ ਗਈਆਂ। ਲਖੀਮਪੁਰ ਖੀਰੀ ਦੇ ਜਿਹੜੇ ਇਨਸਾਫ ਦੀ ਗੱਲ ਕੀਤੀ ਜਾ ਰਹੀ ਡਾਕਟਰ ਗਿਆਨ ਸਿੰਘ, ਉਹਦੇ ਵਿੱਚ ਕੇਂਦਰ ਸਰਕਾਰ ਵਿੱਚ ਇੱਕ ਮੰਤਰੀ ਹੈ, ਉਹਦੇ ਪੁੱਤਰ ਦਾ ਨਾਮ ਲਗਾਤਾਰ ਉਹਦੇ ਸਵਾਲ ਉੱਠਦੇ ਹੈ। ਡਾਕਟਰ ਗਿਆਨ ਸਿੰਘ, ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਉਹਦੇ 'ਤੇ ਜਲਦੀ ਐਕਸ਼ਨ ਲੈ ਸਕਦੀ ਹੈ ਇਸ ਅੰਦੋਲਨ ਦੇ ਪ੍ਰਭਾਵ ਹਟਾ ਕੇ, ਜਾਂ ਡਾਕਟਰ ਗਿਆਨ ਸਿੰਘ ਹਜੇ ਵੀ ਤੁਹਾਨੂੰ ਲੱਗਦਾ ਕਿ ਸਰਕਾਰ ਇੰਨੀ ਜਲਦੀ, ਜਾਂ ਜਿਵੇਂ ਉੱਥੇ ਸਾਲ ਸਵਾ ਸਾਲ ਦੀ ਗੱਲ ਹੋਈ ਸੀਗੀ, ਹੁਣ ਕਿਸਾਨ ਕਹਿੰਦੇ 2.5 ਸਾਲ ਵੀ ਬਹਿਣਾ ਪਿਆ ਤਾਂ ਬੈਠਾਂਗੇ ਅਸੀਂ? ਦੇਖੋ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਕੇਂਦਰ ਸਰਕਾਰ ਕੀ ਕਰੂਗੀ, ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ। ਜੇ ਇਨਸਾਫ ਦਿੱਤਾ ਜਾਊਗਾ ਤਾਂ ਉਹ ਸਾਰੇ ਤਰ੍ਹਾਂ ਦੇ ਹੱਕ 'ਚ ਹੁੰਦਾ ਹੈਗਾ ਤੇ ਉਹਦੇ ਨਾਲ ਚੰਗਾ ਮਾਹੌਲ ਸਿਰਜਿਆ ਜਾਂਦਾ ਹੈਗਾ ਤੇ ਦੇਸ਼ ਅੱਗੇ ਜਾਂਦਾ ਹੈਗਾ। ਤੁਹਾਨੂੰ ਕਿੱਥੇ ਲੱਗਦਾ ਕਿ ਕਿਸਾਨ ਮੰਨਫੀ ਹੋਇਆ ਵਾ ਸਾਡੇ ਇਸ ਸਾਰੇ ਸਿਸਟਮ ਦੇ ਵਿੱਚੋਂ?
ਕਿਉਂ ਤੇ ਲੱਗਦਾ? ਉਹ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਆਰਥਿਕ ਵਿਕਾਸ ਮਾਡਲ 1991 ਤੋਂ ਅਪਣਾਇਆ, ਯੂਪੀਏ ਐਨਡੀਏ ਦੋਨਾਂ ਨੇ, ਇਹ ਉਹਦੇ ਵਿੱਚ ਜਿਹੜਾ ਹੈਗਾ ਕਾਰਪੋਰੇਸ਼ਨਾਂ ਨੂੰ ਅੱਗੇ ਲਿਆਂਦਾ, ਸਰਮਾਇਦਾਰੀ ਵਰਗ ਨੂੰ ਅੱਗੇ ਲਿਆਂਦਾ, ਉਹ ਜੇ ਅਸੀਂ ਕਿਸਾਨਾਂ ਤੇ ਕਿਰਤੀਆਂ ਨੂੰ ਪਿੱਛੇ ਲੈ ਗਏ, ਇਹ ਉਹਦਾ ਸਾਡਾ ਵੱਡਾ ਪਾੜਾ ਹੈਗਾ। ਪਰ ਹੁਣ ਜਿੰਨੀ ਅਨਾਜ ਦੀ ਮਹੱਤਤਾ ਸਾਡੇ ਸਾਹਮਣੇ ਆਈ ਹੈ, ਆਮ ਬੰਦਾ ਜਿਹੜਾ ਖੇਤੀ ਨਹੀਂ ਕਰਦਾ ਉਹਦੇ ਵੀ ਸਾਹਮਣੇ ਆਈ ਹੈ, ਉਸ ਹਿਸਾਬ ਨਾਲ ਸਾਨੂੰ ਕਿਸਾਨਾਂ ਕਿਰਤੀਆਂ ਨੂੰ ਅੱਗੇ ਰੱਖਣਾ ਪਊਗਾ। ਨਹੀਂ ਤਾਂ ਫਿਰ ਅਨਾਜ ਵਾਲੀ ਸੁਰੱਖਿਆ, ਅੱਜ ਸਾਰਾ ਯੂਰਪ ਤਰਾਹ ਕਰਦਾ ਅਨਾਜ ਦੀ ਪ੍ਰੋਬਲਮ ਕਰਕੇ, ਰੂਸ ਯੂਕਰੇਨ ਦੀ ਲੜਾਈ ਕਰਕੇ, ਕੱਲ ਨੂੰ ਅਸੀਂ ਵੀ ਉਸ ਸਮੱਸਿਆ ਵੱਲ ਆਵਾਂਗੇ। ਤੇ ਸਾਨੂੰ ਬਹੁਤ ਵੱਡਾ ਭੁਲੇਖਾ ਸੀ ਕਿ ਭਾਰਤ ਕੋਲ, ਭੁਲੇਖਾ ਪਾਇਆ ਜਾ ਰਿਹਾ ਸੀ ਕਿ ਭਾਰਤ ਕੋਲ ਅਨਾਜ ਦੇ ਭੰਡਾਰ ਇੰਨੇ ਨੇ ਕਿ ਅਨਾਜ ਛੱਡ ਰਿਹਾ ਕਰ ਰਿਹਾ। ਹੁਣ ਤਾਂ ਬਫਰ ਸਟਾਕ ਤੋਂ ਥੋੜਾ ਜਿਹਾ ਹੀ ਵੱਧ ਹੈ। ਕਿਸੇ ਮੌਕੇ ਵੀ ਜੇ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਾਡੇ ਬਫਰ ਸਟਾਕ ਵੀ ਜਿਹੜੇ ਹੈਗੇ ਘਟ ਸਕਦੇ ਨੇ, ਸਾਡੀ ਅਨਾਜ ਦੀ ਸਮੱਸਿਆ ਆ ਸਕਦੀ ਹੈਗੀ। ਡਾਕਟਰ ਗਿਆਨ ਸਿੰਘ, ਤੁਸੀਂ ਇੱਕ ਭੁਲੇਖੇ ਦਾ ਜ਼ਿਕਰ ਕੀਤਾ। ਭੁਲੇਖਾ ਤੇ ਇਹ ਵੀ ਪਾਇਆ ਗਿਆ ਸੀਗਾ, ਕਹਿੰਦੇ ਵੀ ਅਨਾਜ ਇੰਨਾ ਕੁ ਜ਼ਿਆਦਾ ਹੈਗਾ, ਕਹਿੰਦੇ ਜੇ ਇਵੇਂ ਹੀ ਵੱਧਦਾ ਰਿਹਾ ਤੇ ਸਮੁੰਦਰਾਂ 'ਚ ਸੁੱਟਣਾ ਪੈ ਜਾਣਾ। ਡਾਕਟਰ ਗਿਆਨ ਸਿੰਘ, ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਸੀ। ਹਾਲਾਂਕਿ ਮੈਂ ਇਹਨਾਂ ਗੱਲਾਂ ਇਤਫਾਕ ਨਹੀਂ ਕਰਦਾ, ਪਰ ਮੇਰੇ ਸਾਹਮਣੇ ਗੱਲ ਆਈ ਤੇ ਮੈਂ ਕਰਤੀ। ਦੇਖੋ, ਜਿਹੜੀ ਸਮੁੰਦਰਾਂ ਸੁੱਟਣ ਵਾਲੀ ਗੱਲ ਹੈ, ਇਹ ਬੇਤੁਕੀ ਹੈ, ਇਹ ਗੈਰ ਸਿਆਣਪ ਵਾਲੀ ਗੱਲ ਹੈ ਕਿ ਜੇ ਪੂਰੇ ਭਾਰਤ ਦੇ ਵਰਕਿੰਗ ਕਲਾਸ ਨੂੰ ਉਨੀ ਕੁ ਖਰੀਦ ਸ਼ਕਤੀ ਦੇ ਦਿੱਤੀ ਜਾਵੇ ਜਿੰਨੀ ਕੁ ਚਾਹੀਦੀ ਹੈ, ਤਾਂ ਅੱਜ ਵੀ ਜਿੰਨਾ ਅਸੀਂ ਅਨਾਜ ਪੈਦਾ ਕਰਦੇ ਹਾਂ ਉਹ ਵੀ ਸਾਡੀਆਂ ਲੋੜਾਂ ਦੇ ਬਰਾਬਰ ਨਹੀਂ ਆ ਸਕਦਾ। ਇਹਦਾ ਜਿਹੜੀ ਖਰੀਦ ਸ਼ਕਤੀ ਹੈ ਉਹ ਘੱਟ ਹੈ। ਇਸ ਕਰਕੇ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹ 'ਚ ਜਿੰਨਾ ਕੁ ਅਨਾਜ ਮਿਲਦਾ, ਬਹੁਤੇ ਲੋਕ ਉਹਦੇ ਨਾਲ ਗੁਜ਼ਾਰਾ ਕਰਦੇ ਨੇ। ਇਸ ਲਈ ਸਾਡੇ ਕੋਲ ਸਮੁੰਦਰਾਂ 'ਚ ਸਿੱਟਣ ਦਾ ਕੋਈ ਸਿਆਣਪ ਵੀ ਨਹੀਂ ਹੁੰਦੀ। ਸਾਡੇ ਕੋਲ ਤਾਂ ਮਤਲਬ ਆਪਦੇ ਲੋੜਾਂ ਮੁਤਾਬਕ ਅਨਾਜ ਨਹੀਂ ਹੋਣਾ ਹੈਗਾ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ ਡਾਕਟਰ ਗਿਆਨ ਸਿੰਘ, ਮੈਂ ਵਾਪਸ ਆ ਰਿਹਾ। ਸਵਾਲ ਬਹੁਤ ਸਾਰੇ ਆ, ਕੋਸ਼ਿਸ਼ ਕਰਨਾ ਕਿ ਛੋਟੇ ਛੋਟੇ ਸਵਾਲ ਕਰਕੇ ਉਹਨਾਂ ਦੇ ਕੰਪਲੀਟ ਆਨਸਰ ਆ, ਜਿਹੜੇ ਵਾਜਬ ਜਵਾਬ ਆ ਜਿਹੜੇ, ਉਹ ਤੁਹਾਡੇ ਸਾਹਮਣੇ ਆ ਸਕਣ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਗਿਆਨ ਸਿੰਘ, ਐਗਰ ਇਕੋਨੋਮਿਸਟ, ਉਹ ਸਾਡੇ ਨਾਲ ਮੌਜੂਦ ਹੈਗੇ। ਡਾਕਟਰ ਸਾਹਿਬ, ਇੱਕ ਚੀਜ਼ ਮੈਂ ਜ਼ਰੂਰ ਸਮਝਣਾ ਚਾਹੂੰਗਾ, ਜਿਵੇਂ ਮਿਸਟਰ ਡੱਲੇਵਾਲ ਹਰਾਂ ਨੇ ਮਰਨ ਵਰਤ ਰੱਖਿਆ ਅਤੇ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਜੋ ਤੁਹਾਡੀਆਂ ਮੰਗਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀਆਂ ਕਰੀਏ, ਅਲਟੀਮੇਟਮ ਵੀ ਦਿੱਤਾ ਗਿਆ। ਮਰਨ ਵਰਤ ਰੱਖਣਾ ਤੁਸੀਂ ਜਾਇਜ਼ ਮੰਨਦੇ ਹੋ? ਦੇਖੋ, ਇਹ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਆਪੋ ਦੀਆਂ ਸਟ੍ਰੈਟਜੀ ਨੇ, ਉਹਨਾਂ ਨੇ ਕੀ ਕਰਨਾ। ਮੈਂ ਤੁਹਾਨੂੰ ਸਵਾਲ ਦੱਸ ਦਿੰਦਾ ਡਾਕਟਰ ਗਿਆਨ ਸਿੰਘ, ਮੈਂ ਸਵਾਲ ਕਿਉਂ ਕਰ ਰਿਹਾ। ਜਦੋਂ ਦਿੱਲੀ ਵਿੱਚ ਕਿਸਾਨ ਮੋਰਚਾ ਚੱਲ ਰਿਹਾ ਸੀਗਾ, ਉਦੋਂ ਇਹਨਾਂ ਦੀਆਂ ਬੈਠਕਾਂ ਦੇ ਵਿੱਚ, ਮੈਂ ਅੰਦਰੂਨੀ ਗੱਲਬਾਤ ਤੁਹਾਨੂੰ ਦੱਸ ਰਿਹਾ, ਉਦੋਂ ਬੈਠਕਾਂ ਵਿੱਚ ਇਹ ਡਿਸਕਸ਼ਨ ਵੀ ਹੋਈ ਸੀ ਕਿ ਮਰਨ ਵਰਤ 'ਤੇ ਬਹਿ ਜਾਣ ਕੋਈ ਚਾਰ ਆਗੂ, ਆਪਾਂ ਬਦਲ ਕੇ ਬੈਠ ਜਾ ਕਰਾਂਗੇ। ਉਦੋਂ ਇਹੋ ਜਿਹੀ ਚਰਚਾ ਨੂੰ ਇੱਕ ਪਾਸਿਓਂ ਹੀ ਖਾਰਜ ਕਰ ਦਿੱਤਾ ਗਿਆ ਸੀ ਡਾਕਟਰ ਗਿਆਨ ਸਿੰਘ। ਯਾਨੀ ਇਹ ਹੁੰਦਾ ਕਿ ਇਹਦਾ ਅਖੀਰਲਾ ਹਥਿਆਰ ਹੁੰਦਾ ਸੰਘਰਸ਼ ਦਾ, ਇੱਧਰ ਨੂੰ ਨਹੀਂ ਆਉਣਾ ਚਾਹੀਦਾ। ਪੀਸਫੁਲ ਤੇ ਡੈਮੋਕ੍ਰੈਟਿਕ ਜਿਹੜਾ ਵੇ ਹੈ, ਉਹਦੇ ਨਾਲ ਹੀ ਮੰਗਾਂ ਮਨਵਾਉਣੀਆਂ ਉਹ ਜ਼ਿਆਦਾ ਵਧੀਆ ਹੁੰਦੀਆਂ ਨੇ। ਤੇ ਇਹੋ ਜਿਹਾ ਨਾਲ ਜਿਹੜੇ ਇਹੋ ਜਿਹੇ ਐਕਸ਼ਨ ਨੇ, ਉਹਨਾਂ ਨਾਲ ਕਈ ਵਾਰੀ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦੇ ਨੇ। ਜਿਹੜੇ ਪਰਚਿਆਂ ਦੀ ਗੱਲ ਹੋ ਰਹੀ ਹੈ ਕਿ ਪਰਚੇ ਰੱਦ ਕੀਤੇ ਜਾਣ, ਹਾਲਾਂਕਿ ਉਦੋਂ ਪ੍ਰੋਮਿਸਿਸ ਕੀਤੇ ਗਏ ਸੀਗੇ ਸਟੇਟ ਗੌਰਮੈਂਟ ਨੇ, ਕਿਹੜੀਆਂ ਨੇ ਕੀਤੇ ਹੈ, ਕਿਹੜੀਆਂ ਪੈਂਡਿੰਗ ਪਈਆਂ ਜਾਂ ਕਿਹੜੀਆਂ ਅੱਗੇ ਵਧੀਆਂ, ਇਹ ਸਵਾਲ ਬਰਕਰਾਰ ਹੈਗੇ ਡਾਕਟਰ ਗਿਆਨ ਸਿੰਘ। ਕੀ ਇਹਦੇ ਵਿੱਚ ਐਕਸ਼ਨ ਜਲਦੀ ਹੋਣਾ ਸ਼ੁਰੂ ਹੋ ਜਾਊਗਾ? ਤੁਹਾਨੂੰ ਲੱਗਦਾ ਕਿ ਕਿਉਂਕਿ ਜਦੋਂ ਇੱਕ ਪ੍ਰੈਸ਼ਰ ਬਿਲਟਅਪ ਹੋਣਾ ਸ਼ੁਰੂ ਹੁੰਦਾ ਤੇ ਉਹਦੇ ਵਿੱਚ ਵੀ ਇਹ ਡਿਮਾਂਡ ਸ਼ਾਮਲ ਹੈਗੀ ਹੈ ਕਿ ਪਰਚੇ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਾਂ ਜਿਹੜੇ ਹਮਾਇਤੀ ਇਹਦਾ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਕਿ ਜਦ ਵਾਅਦਾ ਕੀਤਾ ਗਿਆ ਕਿ ਪਰਚੇ ਰੱਦ ਹੋਣਗੇ ਤੇ ਉਹ 'ਚ ਕੋਈ ਗੱਲ ਵੀ ਨਹੀਂ। ਸੰਘਰਸ਼ ਕਰਦੇ ਹੋਏ ਉਹ ਜਿਹੜੇ ਪਰਚੇ ਕੀਤੇ ਨੇ, FIR ਕੀਤੇ ਗਏ ਨੇ, ਹੁਣ ਜਿਸ ਤਰ੍ਹਾਂ ਇਹ ਆਪਦੇ ਸੰਘਰਸ਼ ਨੂੰ ਵਧੀਆ ਤਰੀਕੇ ਨਾਲ ਚਲਾਉਣਗੇ, ਉਹ ਪਰਚੇ ਸੁਭਾਵਿਕ ਤੌਰ ਤੇ ਰੱਦ ਹੋ ਜਾਣਗੇ। ਬਿਜਲੀ ਸੋਧ ਬਿੱਲ ਦਾ ਕੀ ਰੌਲਾ ਹੈਗਾ ਡਾਕਟਰ ਗਿਆਨ ਸਿੰਘ? ਜਿਹੜਾ ਬਿਜਲੀ ਵਾਲਾ ਹੈ, ਉਹ ਬਿਜਲੀ ਦੇ ਨਿੱਜੀਕਰਨ ਬਾਰੇ ਹੈਗਾ। ਜੇ ਬਿਜਲੀ ਦਾ ਅਸੀਂ ਪਹਿਲਾਂ ਸਟੇਟ ਬਿਜਲੀ ਬੋਰਡ ਸੀ, ਉਹਨਾਂ ਦੀ ਫੰਕਸ਼ਨਿੰਗ ਦੇਖੀ ਸੀ, ਉਹਦੇ ਨਾਲ ਲੋਕਾਂ ਨੂੰ ਲੋਕ ਬਹੁਤ ਸੌਖੇ ਸੀ ਤੇ ਪਰ ਯੂਨਿਟ ਰੇਟ ਬਹੁਤ ਘੱਟ ਸੀ। ਪਰ ਜਿਵੇਂ ਹੁਣ ਬਿਜਲੀ ਦੀ ਗੱਲ ਕਰਦੇ ਨੇ ਕਿ ਪ੍ਰਾਈਵੇਟ ਜਿਹੜਾ ਉਹ ਬਿਜਲੀ ਸੋਧ ਬਿੱਲ ਜੇ ਆ ਕੇ ਐਕਟ ਬਣ ਜਾਂਦਾ ਤਾਂ ਉਹ 'ਚ ਪ੍ਰਾਈਵੇਟ ਕੰਪਨੀਆਂ ਆਉਣਗੀਆਂ। ਪ੍ਰਾਈਵੇਟ ਕੰਪਨੀਆਂ ਉਹ ਖੇਤਰ ਲੈਣਗੀਆਂ ਜਿੱਥੇ ਬਾਹਰ ਜ਼ਿਆਦਾ ਪਰਚੇਜ਼ਿੰਗ ਪਾਵਰ ਵਾਲਾ ਹੈਗਾ, ਅਤੇ ਜਿਵੇਂ ਖੇਤੀਬਾੜੀ ਵਾਲਾ ਖੇਤਰ ਹੈ ਜਾਂ ਪਛੜੇ ਹੋਏ ਵਰਗ ਨੇ, ਦਲਿਤ ਵਰਗ ਨੇ, ਜਿੱਥੇ ਦਿੱਤੀ ਜਾਂਦੀ ਹੈ, ਉਹ ਫਿਰ ਜਨਤਕ ਖੇਤਰ ਰਹਿ ਜਾਊ। ਜਨਤਕ ਖੇਤਰ ਨੂੰ ਜਾਣ ਬੁੱਝ ਕੇ ਘਾਟਾ ਪਾਇਆ ਜਾਊਗਾ ਤੇ ਮੁੜ ਕੇ ਜਿੰਨਾ ਕੁ ਮਾੜਾ ਮੋਟਾ ਜਨਤਕ ਖੇਤਰ ਬਚਦਾ ਹੈ ਬਿਜਲੀ ਸੈਕਟਰ 'ਚ, ਉਹ ਵੀ ਖਤਮ ਕੀਤਾ ਜਾਊਗਾ। ਜੇ ਪੂਰਾ ਨਿੱਜੀਕਰਨ ਹੋ ਜਾਂਦਾ ਹੈ, ਫਿਰ ਸਾਨੂੰ ਹਾਲਾਤ
ਚੰਗੀ ਤਰ੍ਹਾਂ ਸਮਝ ਆ ਜਾਂਦੇ ਆ ਕਿ ਬਿਜਲੀ ਆਮ ਲੋਕਾਂ ਤੋਂ ਦੂਰ ਹੋ ਜੂਗੀ। ਡਾਕਟਰ ਗਿਆਨ ਸਿੰਘ, ਇਹਦੇ ਵਿੱਚ ਕਿਸਾਨ ਆਮ ਲੋਕਾਂ ਨੂੰ ਸਮਝਾ ਸਕਣਗੇ ਕਿ ਅਸੀਂ ਤੁਹਾਡੇ ਲਈ ਵੀ ਡਿਮਾਂਡ ਕਰਦੇ ਪਏ, ਸਾਡੇ ਲਈ ਇਕੱਲੀ ਨਹੀਂ ਹੈ? ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਦੀਆਂ, ਪਿੰਡੂ ਕਾਰੀਗਰਾਂ ਦੀਆਂ, ਤੇ ਹੁਣ ਵਾਲੀ ਤੁਹਾਡੀ ਗੱਲ ਤੋਂ ਹੈ ਕਿ ਆਮ ਕਿਰਤੀ ਵਰਗ ਦੀਆਂ ਲੋੜਾਂ ਕੀ ਨੇ, ਇਹ ਉਹਨਾਂ ਬਾਰੇ ਸਮਝਾਉਣਾ ਚਾਹੀਦਾ ਤੇ ਉਹਨਾਂ ਬਾਰੇ ਕਮਿਟਮੈਂਟ ਵੀ ਦੇਣੀ ਚਾਹੀਦੀ ਹੈ ਕਿ ਅਸੀਂ ਉਹਦੇ ਨਾਲ ਹੈ। ਡਾਕਟਰ ਗਿਆਨ ਸਿੰਘ, ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਸੀਗਾ ਜਦੋਂ ਇਸ ਤੋਂ ਪਹਿਲਾਂ ਮੋਰਚਾ ਚੱਲਿਆ ਸੀਗਾ, ਉਦੋਂ ਇਹ ਸਵਾਲ ਖੜਾ ਹੋਇਆ ਸੀਗਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ MSP ਦੀ ਡਿਮਾਂਡ ਨਹੀਂ ਕਰਨੀ ਚਾਹੀਦੀ। ਹਾਲਾਂਕਿ ਉਹਦੇ ਵਿੱਚ ਕੋਈ ਕਨਫਿਊਜ਼ਨ ਵੀ ਸੀਗੀ ਜਥੇਬੰਦੀਆਂ ਦੇ ਵਿਚਾਲੇ, ਕੋਈ ਉਹਨਾਂ 'ਤੇ ਕਿਸ ਤਰੀਕੇ ਨਾਲ ਕਮੈਂਟ ਕਰਦਾ ਸੀ, ਪਰ ਜਦੋਂ ਇੱਕ ਟਰੈਕ ਤੇ ਆ ਗਏ ਫਿਰ ਉਹਨਾਂ ਨੇ ਆਪਦੇ ਕਮੈਂਟ ਦੇਣੇ ਬੰਦ ਕਰ ਦਿੱਤੇ ਸੀਗੇ। ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ MSP ਦੀ ਮੰਗ ਕਿਉਂ ਨਹੀਂ ਕਰਨੀ ਚਾਹੀਦੀ? ਜੇ ਦੇਸ਼ ਭਰ ਵਿੱਚ ਇਹ ਮੰਗ ਉੱਠਦੀ ਪਈ ਹੈ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਉਹਨਾਂ ਨਾਲ ਕਿਉਂ ਨਹੀਂ ਖੜੇ ਹੋਣਾ ਚਾਹੀਦਾ? ਇਹ ਸਵਾਲ ਉਦੋਂ ਵੀ ਉੱਠਿਆ ਸੀਗਾ ਤੇ ਅੱਜ ਮੈਂ ਇਹ ਸਵਾਲ ਕਰ ਰਿਹਾ ਕਿ ਅੱਜ ਇਹ ਡਿਮਾਂਡ ਜੇ ਇਹਨਾਂ ਨੇ ਕੀਤੀ ਹੈ, ਇਹਨਾਂ ਦਾ ਤਾਂ ਪੂਰੇ ਦੇਸ਼ ਦੀ ਗੱਲ ਹੋ ਰਹੀ ਹੈ। ਡਾਕਟਰ ਗਿਆਨ ਸਿੰਘ, ਦੇਖੋ ਇਹਦਾ ਜਿਹੜਾ ਹੈਗਾ 25 ਸੂਬਿਆਂ ਦੇ ਗਵਰਨਰਾਂ ਨੂੰ ਉਹਨਾਂ ਮੰਗ ਪੱਤਰ ਦੇ ਰਹੇ ਨੇ ਤੇ ਉਹਦੀ ਇਹ ਪਹਿਲੀ ਮੰਗ ਹੈ ਜਿਹੜੀ MSP ਦੀ ਲੀਗਲ ਗਰੰਟੀ ਦੀ ਹੈਗੀ। ਇਹ ਜਿਨ੍ਹਾਂ ਲੋਕਾਂ ਨੇ ਇਹੋ ਜਿਹੀ ਗੱਲ ਕੀਤੀ ਹੈ ਉਹ ਤਾਂ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਨੇ, ਕਿਉਂਕਿ MSP ਜਿਹੜੀ ਹੈਗੀ ਉਹਦੇ ਨਾਲ ਭਾਵੇਂ ਕਿਸਾਨਾਂ ਦੀ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ, ਜਿਸ ਤਰ੍ਹਾਂ ਕਿਸਾਨਾਂ ਦੀ ਓਨਰਸ਼ਿਪ ਆਫ ਲੈਂਡ ਵਧੂਗੀ, ਉਹਦੀ ਆਮਦਨ ਵਧੂਗੀ। ਜਿਹੜੇ ਲੈਂਡਲੈਸ ਫਾਰਮਰ ਹੈ, ਐਗਰੀਕਲਚਰ ਲੇਬਰ ਹੈ, ਰੂਰਲ ਆਰਟੀਜ਼ਨਸ ਹੈ, ਇਹ ਉਹਨਾਂ ਨੂੰ MSP ਦਾ ਕੋਈ ਬਹੁਤਾ ਵੱਡਾ ਫਾਇਦਾ ਨਹੀਂ ਹੋਣਾ, ਪਰ ਸਿੱਧੇ ਤੌਰ ਤੇ ਫਾਇਦਾ ਨਹੀਂ ਹੋਣਾ। ਪਰ ਹੋਊਗਾ ਕਿ ਜਦੋਂ MSP ਲੀਗਲ ਗਰੰਟੀ ਹੋਊਗੀ ਤਾਂ ਫਿਰ ਸਾਰੇ ਦੇਸ਼ 'ਚ ਉਹ ਪ੍ਰੋਕਿਉਰਮੈਂਟ ਹੋਊਗੀ। ਤੇ ਦੂਜੀ ਗੱਲ ਜਿਹੜੀ ਹੁਣ ਵੀ ਹੈਗੀ MSP ਤੇ ਪ੍ਰੋਕਿਉਰਮੈਂਟ, ਉਹ ਸਿਗਨਲ ਪ੍ਰਾਈਸ ਦਾ ਕੰਮ ਕਰ ਰਹੀ ਹੈ। ਜੇ ਸਾਡੇ ਸੂਬਿਆਂ 'ਚ ਕਣਕ ਅਤੇ ਧਾਨ ਦੀ ਕੀਮਤ MSP ਤੇ ਪ੍ਰੋਕਿਉਰਮੈਂਟ ਹੈ, ਜਿੱਥੇ ਅਨਰੈਗੂਲੇਟਡ ਮਾਰਕੀਟਸ ਨੇ ਜਾਂ ਬੇਲਗਾਮ ਮੰਡੀਆਂ ਨੇ, ਉੱਥੇ ਵੀ ਉਹਦਾ ਅਸਰ ਪੈਂਦਾ, ਸਿਗਨਲ ਜਾਂਦਾ ਕਿ ਪੰਜਾਬ ਹਰਿਆਣੇ 'ਚ ਇੰਨੇ ਮਿਲ ਰਹੇ ਨੇ, ਨਹੀਂ ਉੱਥੇ ਖੁੱਲੀ ਮੰਡੀ ਦੀ ਲੁੱਟ ਹੋਰ ਵੱਧ ਜਾਊਗੀ। ਡਾਕਟਰ ਗਿਆਨ ਸਿੰਘ, ਇੱਕ ਆਮ ਲੋਕਾਂ ਵਿੱਚ ਇਹ ਸਵਾਲ ਹੈਗਾ ਜਿਹਨੂੰ ਮੈਂ ਤੁਹਾਡੇ ਤੋਂ ਜ਼ਰੂਰ ਕਲੀਅਰ ਕਰਵਾਉਣਾ ਚਾਹੁੰਦਾ। ਆਮ ਲੋਕ ਕਹਿੰਦੇ ਜੇ ਕਿਸਾਨਾਂ ਨੂੰ MSP ਮਿਲ ਗਈ ਤਾਂ ਸਾਡੇ ਲਈ ਮਹਿੰਗਾਈ ਵੱਧ ਜਾਊਗੀ। ਇਸ ਸਵਾਲ ਵਿੱਚ ਕੋਈ ਵਚਨ ਹੈਗਾ? ਦੇਖੋ ਇਸ ਦਲੀਲ ਦੇ ਵਿੱਚ ਕੋਈ ਬਹੁਤਾ ਵਜਨ ਨਹੀਂ ਦਿਖਦਾ ਹੈਗਾ। ਮਹਿੰਗਾਈ ਤਾਂ ਇਹ ਆਰਥਿਕ ਸਿਸਟਮ ਤੇ ਨਿਰਭਰ ਕਰਦੀ ਹੈ ਤੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨਾਲ ਜਿਹੜੇ ਗਰੀਬ ਵਰਗ ਹੈ ਇਹ ਉਹਨਾਂ ਨੂੰ ਐਕਟ ਦੇ ਦੁਆਰਾ ਉਹ ਪ੍ਰੋਵੀਜ਼ਨ ਦਿੱਤੀ ਹੈ ਫੂਡ ਦੀ, ਇਹ ਉਹਨੂੰ ਹੋਰ ਵਧਾਇਆ ਜਾ ਸਕਦਾ ਹੈਗਾ। ਜੇ ਗੱਲ ਹੈ ਕਿ ਆਮ ਲੋਕਾਂ ਲਈ ਮਹਿੰਗਾਈ ਵਧੂਗੀ ਤਾਂ ਆਮ ਲੋਕਾਂ ਦੀ ਵੈਲਫੇਅਰ ਲਈ ਇਕਨੋਮਿਕ ਡਿਸਪੈਰਿਟੀਜ਼ ਘਟਾਈ ਜਾ ਸਕਦੀਆਂ ਨੇ, ਅਮੀਰ ਗਰੀਬ ਦਾ ਪਾੜਾ ਘਟਾਇਆ ਜਾ ਸਕਦਾ ਹੈ। ਪਰ ਇਹ ਹੋਊਗਾ ਤਾਂ ਜੇ ਪ੍ਰੋ ਕਾਰਪੋਰੇਟ ਮਾਡਲ ਦੀ ਜਗ੍ਹਾ ਪ੍ਰੋ ਪੀਪਲ ਤੇ ਪ੍ਰੋ ਨੇਚਰ ਮਾਡਲ ਅਪਣਾਇਆ ਜਾਊਗਾ। ਤੁਸੀਂ ਬਹੁਤ ਸੁਜੈਸ਼ਨਸ ਦਿੱਤੀਆਂ, ਬਹੁਤ ਸਲਾਹਾਂ ਦਿੱਤੀਆਂ ਕਿਸਾਨਾਂ ਨੂੰ, ਪਿਛਲੇ ਮੋਰਚੇ ਵੇਲੇ ਬਹੁਤ ਸਲਾਹਾਂ ਦਿੱਤੀਆਂ ਤੁਸੀਂ ਡਾਕਟਰ ਗਿਆਨ ਸਿੰਘ। ਤੁਸੀਂ ਹੁਣ ਪ੍ਰੋਗਰਾਮ ਦੀ ਸਮਾਪਤੀ ਤੇ ਜਿੰਨੀਆਂ ਸਲਾਹਾਂ ਹੁਣ ਤੱਕ ਤੁਸੀਂ ਦੇ ਚੁੱਕੇ ਹੋ, ਉਸ ਤੋਂ ਇਲਾਵਾ ਕੋਈ ਹੋਰ ਸਲਾਹ ਤੁਸੀਂ ਦੇਣਾ ਚਾਹੁੰਦੇ ਹੋ ਡਾਕਟਰ ਗਿਆਨ ਸਿੰਘ? ਨਹੀਂ, ਦੇਖੋ ਜਿਹੜੇ ਤੁਹਾਡੇ ਸਵਾਲ ਸੀ ਮੈਂ ਉਹਨਾਂ ਦੇ ਜਵਾਬ ਦਿੱਤੇ। ਇਹ ਮੈਂ ਕੋਈ ਬਹੁਤ ਵੱਡੀ ਸਲਾਹ ਨਹੀਂ ਦੇ ਰਿਹਾ, ਮੈਂ ਤਾਂ ਆਪਦੀ ਰਾਏ ਦੇ ਰਿਹਾ ਕਿ ਜੇ ਇਹ ਮੋਰਚਾ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਚਲਾਇਆ ਜਾਊਗਾ ਅਤੇ ਇਹ 'ਚ ਵੱਖ-ਵੱਖ ਕਿਰਤੀ ਵਰਗਾਂ, ਪਹਿਲਾਂ ਤਾਂ ਖੇਤੀਬਾੜੀ ਦੇ ਵਰਗ, ਕਿਸਾਨ, ਭੂਮੀਹੀਨ ਕਿਸਾਨ, ਖੇਤ ਮਜ਼ਦੂਰ ਦੇ ਪਿੰਡੂ ਕਾਰੀਗਰ ਅਤੇ ਕਿਰਤੀ ਵਰਗ ਦੀਆਂ ਮੰਗਾਂ ਨੂੰ ਸ਼ਾਮਲ ਕੀਤਾ ਜਾਊਗਾ ਤੇ ਉਹਨਾਂ ਨੂੰ ਬਣਦਾ ਆਦਰ ਮਾਣ ਜਾਂ ਸਤਿਕਾਰ ਦਿੱਤਾ ਜਾਊਗਾ, ਤਾਂ ਉਹਦੇ ਨਾਲ ਇਹ ਲੋਕ ਜ਼ਿਆਦਾ ਕਾਮਯਾਬ ਹੋਣਗੇ ਤੇ ਆਪਦੀਆਂ ਸਮੱਸਿਆਵਾਂ ਨੂੰ ਘਟਾਉਣ 'ਚ ਜਾਂ ਹੱਲ ਕਰਾਉਣ 'ਚ ਕਾਮਯਾਬ ਹੋਣਗੇ। ਤੁਸੀਂ 2-3 ਵਾਰੀ ਇਹ ਸ਼ਬਦ ਵਰਤ ਚੁੱਕੇ ਹੋ, ਲੋਕਤੰਤਰਿਕ ਢੰਗ ਨਾਲ ਜੇ ਚਲਾਉਣਗੇ। ਤੁਹਾਨੂੰ ਕੋਈ ਡਾਊਟ ਲੱਗਦਾ? ਕਿਉਂਕਿ ਇਸ ਤੋਂ ਪਹਿਲਾਂ ਵੀ ਕਿਸਾਨ ਲਗਾਤਾਰ ਕਹਿੰਦੇ ਅਸੀਂ ਲੋਕਤੰਤਰਿਕ ਢੰਗ ਨਾਲ ਚਲਾਉਂਦੇ ਰਹੇ, ਹਾਲਾਂਕਿ ਉਸ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਬਹੁਤ ਵਾਰੀ ਹੋਈ ਸੀਗੀ ਡਾਕਟਰ ਗਿਆਨ ਸਿੰਘ। ਤੇ ਜੇ ਆਪਾਂ ਦੇਖੀਏ ਪਹਿਲਾ ਜਿਹੜਾ ਕਿਸਾਨ ਸੰਘਰਸ਼ ਸੀ, ਉਹ ਜੋ ਵੀ ਇੱਕ ਵਾਰੀ ਇੱਕ ਪਾਸੇ ਨੂੰ ਦਿੱਲੀ ਵਿੱਚ ਵੜ ਕੇ ਉਹ ਪ੍ਰੋਬਲਮ ਆਉਂਦੀ ਸੀ। ਜਦੋਂ ਅਸੀਂ ਲੋਕਤੰਤਰਿਕ ਢੰਗ ਨਾਲੋਂ ਤੇ ਪੀਸਫੁਲ ਢੰਗ ਨਾਲ ਦੂਜੇ ਪਾਸੇ ਜਾਵਾਂਗੇ ਤਾਂ ਸਟੇਟ ਦਾ ਰਿਪਰੈਸ਼ਨ ਵਧਣ ਦੇ ਚਾਂਸ ਜ਼ਿਆਦਾ ਹੁੰਦਾ ਤੇ ਸਟੇਟ ਨੂੰ ਉਹਨੂੰ ਖਤਮ ਕਰਨ ਦੇ ਦਲੀਲਾਂ ਵੱਧ ਜਾਂਦੀਆਂ ਨੇ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਪਿਛਲਾ ਸੰਘਰਸ਼ ਹੈ ਉਹਦੇ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨੇ ਹੀ ਸਾਰੀ ਦੁਨੀਆ 'ਚ ਉਹਨੂੰ ਪ੍ਰਮਾਣਿਕਤਾ ਦਵਾਈ, ਸਾਰੀ ਦੁਨੀਆ 'ਚ ਬਣਦਾ ਥਾਂ ਦਵਾਇਆ ਤੇ ਇਹ ਇਤਿਹਾਸ 'ਚ ਵੀ ਦਰਜ ਹੋ ਗਿਆ ਕਿ ਇਸ ਤਰ੍ਹਾਂ ਦਾ ਸੰਘਰਸ਼ ਇੱਥੇ ਹੀ ਹੋਇਆ, ਹੋਰ ਕਿਤੇ ਨਹੀਂ ਹੋਇਆ। ਡਾਕਟਰ ਗਿਆਨ ਸਿੰਘ, ਵਿਦੇਸ਼ਾਂ ਵਿੱਚ ਵੀ ਤੁਹਾਨੂੰ ਬਹੁਤ ਲੋਕ ਸੁਣਦੇ ਪਏ ਆ ਇਸ ਵਕਤ। ਤੁਸੀਂ ਖੁਦ ਵੀ ਪੂਰੇ 7 ਸਮੁੰਦਰ ਪਾਰ ਦੇ ਸਾਰੇ ਹਾਲਾਤ ਦੇਖੇ ਹੋਏ ਆ। ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਸਪੋਰਟ ਮਿਲੀ ਸੀਗੀ, ਇਹੋ ਜਿਹੀ ਸਪੋਰਟ ਦੀ ਉਮੀਦ ਤੁਸੀਂ ਕਰਦੇ ਹੋ ਜਾਂ ਅੱਜ ਇਹ ਸਵਾਲ ਕਰਨਾ ਜਲਦਬਾਜ਼ੀ ਹੈ? ਦੇਖੋ, ਜਿਹੜੇ ਵਿਦੇਸ਼ਾਂ 'ਚ ਭਾਰਤ ਤੋਂ ਰਹਿੰਦੇ ਬੰਦੇ ਵੱਸਦੇ ਨੇ, ਉਹ ਇੱਥੋਂ ਦੇ ਲੋਕਾਂ ਨਾਲ ਆਪਦੀਆਂ ਜੜ੍ਹਾਂ ਨਾਲ ਜੁੜੇ ਹੋਏ ਹੁੰਦੇ ਨੇ
ਭਾਵੇਂ ਉਹਨਾਂ ਚੋਂ ਕੁਝ ਜਿਹੜੇ NRI ਕਾਰੋਬਾਰੀ ਨੇ ਉਹ ਅਮਰਵੇਲ ਦਾ ਕੰਮ ਵੀ ਕਰਦੇ ਆ, ਪਰ ਉਹਨਾਂ ਦੀ ਗਿਣਤੀ ਘੱਟ ਹੁੰਦੀ ਹੈ। ਤੇ ਜਿਹੜੇ ਉੱਥੇ ਆਮ ਬੰਦਾ, ਉੱਥੇ ਦੀ ਵਰਕਿੰਗ ਕਲਾਸ ਹੈ, ਇੱਥੋਂ ਦੀ ਓਰੀਜਨ ਦੀ, ਉਹ ਇਹਦੇ ਨਾਲ ਜੁੜੀ ਹੁੰਦੀ ਹੈ। ਅਤੇ ਜਿਹੜੇ ਸਾਡੇ ਬੱਚੇ ਪ੍ਰਵਾਸ ਕਰ ਰਹੇ ਨੇ ਵੱਡੀ ਗਿਣਤੀ 'ਚ, ਜਿਹਦੇ ਨਾਲ ਸਾਨੂੰ ਬੌਧਿਕ ਹੁੰਜਾ, ਇਹ ਪੂੰਜੀ ਦਾ ਹੁੰਜਾ, ਡੈਮੋਗ੍ਰਾਫਿਕ ਡਿਵੀਡੈਂਡ ਦਾ ਲਾਸ ਸਾਹਮਣੇ ਆ ਰਿਹਾ ਹੈ, ਤੇ ਉਹ ਵੀ ਵੱਡੀ ਗਿਣਤੀ 'ਚ ਪਾਰਟਿਸਿਪੇਟ ਕਰ ਰਹੇ ਸੀਗੇ। ਉਹਨਾਂ ਨੂੰ ਅਸੀਂ ਫੋਰਸਫੁਲੀ ਇੱਥੋਂ ਕੱਢ ਰਹੇ ਹਾਂ ਸਿਸਟਮ 'ਚ, ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੇ, ਘੱਟੋ ਘੱਟ ਆਮਦਨ ਦਾ ਪੱਧਰ ਨਹੀਂ ਦਿੰਦੇ। ਤੇ ਉਹ ਕਿਉਂ ਸੀ ਉਹਦੇ ਵਿੱਚ ਪ੍ਰੋਟੈਸਟ 'ਚ ਜਾਂ ਹਮਦਰਦੀ 'ਚ? ਉਹ ਸੀ ਕਿ ਜੇ ਸਾਡੇ ਜੜ੍ਹਾਂ ਮਜ਼ਬੂਤ ਹੋ ਜਾਣ, ਅਸੀਂ ਜੜ੍ਹਾਂ ਵੱਲ ਨੂੰ ਜਾਵਾਂਗੇ। ਇਸ ਲਈ ਉਹ ਜਿਹੜਾ ਹੈਗਾ ਸਮਰਥਨ ਮਿਲਦਾ ਰਹੂਗਾ। ਉਹ ਡਿਪੈਂਡ ਕਰੂਗਾ ਕਿ ਇਹ ਅਸੀਂ ਉਹਨੂੰ ਕਿਸ ਤਰ੍ਹਾਂ ਵਰਤਦੇ ਹਾਂ, ਜਾਂ ਮੁੜ ਕੇ ਅਸੀਂ ਆਪਦੀਆਂ ਸਮੱਸਿਆਵਾਂ ਹੱਲ ਕਰਾ ਕੇ ਜਿਹੜਾ ਅਸੀਂ ਧੱਕੇ ਨਾਲ ਕੀਤਾ ਪ੍ਰਵਾਸ ਹੈ ਉਹਨੂੰ ਰੁਕਵਾਉਣ 'ਚ ਕਾਮਯਾਬ ਹੁੰਦੇ। ਇੱਕ ਆਖਰੀ ਸਵਾਲ ਡਾਕਟਰ ਗਿਆਨ ਸਿੰਘ, ਜਿਸ ਤਰੀਕੇ ਨਾਲ ਇਹ ਸਾਰਾ ਅੰਦੋਲਨਾਂ ਦੀ ਰੂਪਰੇਖਾ ਤਿਆਰ ਹੋ ਚੁੱਕੀ ਹੈ, ਕਿਸ ਤਰੀਕੇ ਨਾਲ ਅੰਦੋਲਨ ਅੱਗੇ ਵਧੂਗਾ, ਸਮੇਂ-ਸਮੇਂ 'ਤੇ ਅਸੀਂ ਉਹਨਾਂ 'ਤੇ ਡਿਬੇਟ ਵੀ ਕਰਦੇ ਰਹਾਂਗੇ। ਤੁਸੀਂ ਕਿਸਾਨਾਂ ਨੂੰ ਸਲਾਹ ਦੇ ਸਕਦੇ ਹੋ, ਕਿਸਾਨਾਂ ਨੂੰ ਸਲਾਹਾਂ ਦਿੱਤੀਆਂ ਵੀ, ਤੁਸੀਂ ਸਰਕਾਰ ਨੂੰ ਸਲਾਹ ਦੇ ਸਕਦੇ ਹੋ? ਮੈਨੂੰ ਤਾਂ ਇਹੀ ਲੱਗਦਾ ਹੈ ਕਿ ਜਿਹੜਾ ਦੇਸ਼ ਹੁੰਦਾ ਉਹ ਲੋਕਾਂ ਲਈ ਹੁੰਦਾ। ਜੇ ਲੋਕ ਜਿਉਂਦੇ ਰਹਿਣਗੇ ਤਾਂ ਦੇਸ਼ ਰਹੂਗਾ। ਪਰ ਇੱਕ ਬੰਦਾ ਹੈ, ਉਹਦਾ ਨਾਮ ਸਿਸਮੋਂਡੀ ਹੈ, ਫਰਾਂਸ ਦਾ ਫਿਲਾਸਫਰ ਹੋਇਆ, ਤੇ ਬਹੁਤ ਡਿਸਪਲਿਨ 'ਚ ਉਹਦਾ ਕੰਮ ਹੈ। 18ਵੀਂ ਸਦੀ ਦੇ ਅਖੀਰ 'ਚ ਤੇ 19ਵੀਂ ਸਦੀ ਦੇ ਸ਼ੁਰੂ 'ਚ ਉਹਦੀਆਂ ਲਿਖਤਾਂ ਮਿਲਦੀਆਂ ਨੇ। ਉਹ ਕਹਿੰਦਾ ਕਿ ਜੇ ਦੇਸ਼ ਦਾ ਇੱਕ ਕਾਮਾ ਮਰ ਜਾਵੇ ਤਾਂ ਦੇਸ਼ ਨੂੰ ਉਹ ਨੁਕਸਾਨ ਹੁੰਦਾ ਜਿਹੜਾ ਕਦੇ ਵੀ ਨਹੀਂ ਪੂਰਾ ਹੁੰਦਾ। ਇਸ ਲਈ ਸਾਡੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਕਿਰਤੀ ਵਰਗ ਉਹ ਵਰਗ ਹੈ ਜਿਹਨੂੰ ਅਸੀਂ ਜਿੰਨਾ ਜ਼ਿਆਦਾ ਤੰਗ ਕਰਾਂਗੇ ਇਹ ਉਹਨਾਂ ਦੇਸ਼ ਪਿੱਛੇ ਜਾਊਗਾ, ਜਿੰਨਾ ਉਹਨੂੰ ਖੁਸ਼ਹਾਲ ਕਰਾਂਗੇ ਉਹਨਾਂ ਦੇਸ਼ ਅੱਗੇ ਜਾਊਗਾ ਤੇ ਲੋਕ ਸੁਖੀ ਵਸਣਗੇ। ਬਹੁਤ ਧੰਨਵਾਦ ਡਾਕਟਰ ਗਿਆਨ ਸਿੰਘ। ਸ਼ੁਕਰੀਆ ਜੀ ਤੁਹਾਡਾ। ਇਹ ਸਨ ਡਾਕਟਰ ਗਿਆਨ ਸਿੰਘ, ਜਿਨ੍ਹਾਂ ਨੇ ਸਿੱਧੀ ਇੱਕ ਲਾਈਨ ਵਿੱਚ ਗੱਲ ਕਹਿਤੀ ਹੈ ਕਿ ਜੇ ਕਿਰਤੀ ਵਰਗ ਕਾਮਿਆਂ ਨੂੰ, ਕਿਸਾਨਾਂ ਨੂੰ ਤੁਸੀਂ ਖਾਰਿਜ ਕਰੋਗੇ ਤਾਂ ਫਿਰ ਤੁਸੀਂ ਅੱਗੇ ਨਹੀਂ ਵਧ ਸਕਦੇਗੇ। ਇਹ ਸਰਕਾਰਾਂ ਨੇ ਸੋਚਣਾ ਕਿ ਕਿਸ ਤਰੀਕੇ ਨਾਲ ਕਾਰਪੋਰੇਟਸ ਨੂੰ ਅੱਗੇ ਵਧਾਉਣਾ, ਜਾਂ ਕਿਸਾਨਾਂ ਨੂੰ ਨਾਲ ਲੈ ਕੇ ਉਸ ਸੈਕਟਰ ਦੇ ਨਾਲ ਕਿਸਾਨਾਂ ਦੀ ਵੀ ਗੱਲ ਸੁਣਨੀ ਹੈ, ਕਿਉਂਕਿ ਸਾਰੇ ਸੈਕਟਰ ਜ਼ਰੂਰੀ ਹੈ। ਪਰ ਸੈਕਟਰਾਂ ਦੇ ਵਿੱਚ ਜੇ ਪਾੜਾ ਪਊਗਾ, ਨਾ ਬਰਾਬਰਤਾ ਵਾਲੀ ਗੱਲ ਹੋਊਗੀ, ਬਰਾਬਰਤਾ ਜਿਹੜੀ ਨਹੀਂ ਹੋਊਗੀ, ਉਦੋਂ ਫਿਰ ਸੰਘਰਸ਼ ਸ਼ੁਰੂ ਹੁੰਦੇ। ਬਹੁਤ ਧੰਨਵਾਦ।